सतनाम श्री वाहिगुरु साहिब जीओ। श्री राग महला पंजवां। घर पहला। क्या तू रता देख कै पुत्र कलतर शिंगार। क्या तू रता देख कै पुत्र कलतर शिंगार। रस भोगैं खुशियां करें माणै रंग अपार। बहुत करें फुरमाइशी बहुत करें फुरमाइशी वरतैं होए अफार। करता चित न आवई मनमुख अंध गवार। मेरे मन सुखदाता हर सोए गुर प्रसादी पाईऐ। कर्म प्राप्त होए रहाओ। कपड़ भोग लपटाया सोयना रूपा खाक। हैवर गैवर बहु रंग किए रथ अथाक। किस ही चित न पावही बिसरिया सब साक। सिरजनहार भुलाया विण नावै ना पाक। लैंदा बद दुआए तू माया करें इकत। लैंदा बद दुआए तू माया करें इकत। जिसनू तू पतिआइंदा सो सुन तुझै अनित। अहंकार करें अहंकारियां व्याप्या मन की मत। तिन प्रभ आप भुलाया ना तिस जात न पत। सतगुर पुरख मिलाया इको सज्जन सोए। सतगुरु पुरख मिलाया इको सज्जन सोए। हर जन का राखा एक है क्या मानस हਉ मैं रोए। जो हर जन भावै सो करे दर फेर न पावै कोय। नानक रता रंग हर सब जग में चानण होए। नानक रता रंग हर सब जग में चानण होए। वाहिगुरु जी का खालसा वाहिगुरु जी की फतेह। चवर छत्र तख्त दे मालिक शब्द गुरु हाजरा हजूर धन धन श्री गुरु ग्रंथ साहिब महाराज जी दी कोटान कोटान किरपा बनी है। परिपूर्ण परमात्मा वाहिगुरु अकाल पुरख जी त्रुठे ने जिन्हां ने सवासां दी लड़ी बख्शी है ते इन्हां सवासां नूं सफल बनाउंदियां होइयां अपने अमृतमयी गुरु शब्द दी विचार दे नाल जोड़िया तां कि जीवन दे विच अवगुणां नूं कढ के गुणां दी समाई कर सकीए। सो आप समुचे गुरु दियां प्यार वालियां सतसंगियां जीव इस्त्रियां जो रोजाना गुरु मत गुरु शब्द नाल जुड़दियां ने उन्हां दियां सारियां दियां असीसां दी बदौलत ब्लैसिंग दी बदौलत सतगुरु जी तंदरुस्ती बख्शदे हन ते आप जी की सेवा दे विच निरंतर लड़ीवार गुरु ग्रंथ साहिब जी दी गुरबाणी विचार लैके आप जी के सन्मुख हाज़र हो पाने आ। क्योंकि ये जिहड़ा आप प्यार बख्शदे हो हौसला अफजाई करदे हो फीडबैक दिंदे हो
ਉਹੀ ਇੱਕ ਐਸੀ ਪ੍ਰੇਰਣਾ ਹੈ ਜੋ ਮਨ ਨੂੰ ਉਦਮ ਬਖਸ਼ਦੀ ਹੈ ਤੇ ਹੋਰ ਤਿਆਰ ਬਰ ਤਿਆਰ ਹੋ ਕੇ ਆਪ ਜੀ ਕੀ ਸੇਵਾ ਵਿੱਚ ਲੈ ਕੇ ਹਾਜ਼ਰ ਹੋ ਜਾਂਦੀ ਹੈ। ਸੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਜੋ ਸ਼੍ਰੀ ਰਾਗ ਦੇ ਹੁਣ ਤੱਕ 70 ਨੰਬਰ ਸ਼ਬਦ ਤੱਕ ਪਹੁੰਚ ਚੁੱਕੀ ਹੈ, ਜਿਸ ਦੇ ਵਿੱਚ 33 ਸ਼ਬਦ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਸਰਵਣ ਕੀਤੇ ਨੇ ਤੇ 35 ਸ਼ਬਦ ਧੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਸਰਵਣ ਕੀਤੇ ਨੇ। 6 ਸ਼ਬਦ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਰਵਣ ਕੀਤੇ ਨੇ ਕੱਲ ਤੱਕ। ਕੁੱਲ ਮਿਲਾ ਕੇ ਜਿਹੜੀ ਇਹਦੀ ਗਿਣਤੀ ਹੈ ਉਹ 70 ਸ਼ਬਦਾਂ ਦੀ ਹੈ। ਅੱਜ ਤੋਂ ਜਿਹੜਾ ਸ਼ਬਦਾਂ ਦੀ ਸ਼ੁਰੂਆਤ ਹੋ ਰਹੀ ਹੈ, ਅੱਜ ਤੋਂ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਅੱਜ ਤੋਂ ਜਿਹੜੀ ਆਪਾਂ ਸ਼ੁਰੂਆਤ ਕਰਨ ਲੱਗੇ ਹਾਂ। ਸ਼ਬਦ ਦੀ ਅੱਜ ਦਾ ਜਿਹੜਾ ਨੰਬਰ ਆ ਉਹ 71 ਨੰਬਰ ਸ਼ਬਦ ਆ, 71 ਨੰਬਰ ਸ਼ਬਦ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 42 ਦੇ ਉੱਪਰ 42 ਦੇ ਉੱਪਰ ਸੁਭਾਇਮਾਨ ਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ ਤੇ ਪਹਿਲੇ ਘਰ ਦੇ ਵਿੱਚ ਭਾਵ ਇੱਕ ਤਾਲ ਦੇ ਵਿੱਚ ਤਬਲਾ ਵਜਾਉਣ ਦੀ ਹਦਾਇਤ ਆ। ਜਿਹੜੇ ਘਰ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਜਿਵੇਂ ਪਹਿਲਾ ਘਰ ਆਉਂਦਾ ਹੈ, ਦੂਜਾ ਘਰ, ਤੀਜਾ ਘਰ, ਇਹ ਘਰ ਦਾ ਅਰਥ ਹੈ ਤਾਲ। ਜਿਹੜੀ ਤਬਲੇ ਦੀ ਭਾਸ਼ਾ ਹੈ, ਜਿਹੜੀ ਤਬਲੇ ਦੀ ਲੈਂਗੁਏਜ ਹੈ, ਤਬਲੇ ਦੀ ਬੋਲੀ ਹੈ, ਉਹਨੂੰ ਤਾਲੀ ਕਹਿੰਦੇ ਨੇ। ਬੀਟਸ ਜਿਹਨੂੰ ਆਪਾਂ ਕਹਿ ਦਿੰਦੇ ਇੰਗਲਿਸ਼ ਦੇ ਵਿੱਚ। ਜਿੰਨੇ ਬੀਟਸ ਨੇ ਉਹਨਾਂ ਬੀਟਸ ਦੇ ਵਿੱਚ ਸ਼ਬਦ ਰੱਖਣਾ ਹੈ। ਚੇਤਾ ਰੱਖਿਓ, ਇੱਕ ਕੀਰਤਨੀਆ ਵਾਜੇ ਦਾ ਭਾਵੇਂ ਕਿਤਨਾ ਧਨੀ ਹੋਵੇ, ਪਰ ਜੇ ਉਹਦੇ ਕੋਲ ਤਾਲ ਦੀ ਪਕੜ ਨਹੀਂ ਨਾ, ਜੇ ਉਹਦੇ ਕੋਲ ਤਾਲ ਦੀ ਸਮਝ ਨਹੀਂ, ਉਹ ਸੁਰ ਦੇ ਵਿੱਚ ਕੀਰਤਨ ਨਹੀਂ ਕਰ ਸਕਦਾ। ਕੀਰਤਨੀਏ ਸਿੰਘ ਨੂੰ ਜ਼ਰੂਰੀ ਹੈ ਕਿ ਉਹਨੂੰ ਤਾਲ ਦੀ ਸਮਝ ਹੋਵੇ। ਇਸੇ ਕਰਕੇ ਕਦੀ ਖਿਆਲ ਕਰਨਾ, ਜਿਹੜੇ ਮਨੁੱਖ ਤਬਲੇ ਵਿੱਚ ਬਹੁਤ ਧਨੀ ਸਨ ਨਾ, ਜਿਹੜੇ ਤਬਲੇ ਦੇ ਧਨ ਧੁਅੰਤਰ ਸਨ, ਉਹ ਬਹੁਤ ਹੀ ਸੋਹਣੇ ਕੀਰਤਨੀਏ ਬਣ ਕੇ ਕੌਮ ਦੇ ਵਿੱਚ ਸੇਵਾ ਕਰ ਰਹੇ ਨੇ ਜਾਂ ਕਰ ਚੁੱਕੇ ਨੇ। ਕਿਉਂਕਿ ਜਿਹਦੇ ਕੋਲ ਤਾਲ ਦੀ ਪਕੜ ਆ ਨਾ, ਉਹਦੇ ਕੋਲ ਸੁਰ ਆਪਣੇ ਆਪ ਉਹਦਾ ਬੰਦਸ਼ ਵਿੱਚ ਹੋਵੇਗਾ। ਤੇ ਜਿਹਦੇ ਕੋਲ ਬੀਟਸ ਨਹੀਂ, ਜਿਹਨੂੰ ਤਾਲ ਦੀ ਸਮਝ ਨਹੀਂ, ਉਹ ਸੁਰ ਨੂੰ ਨਹੀਂ ਪਕੜ ਸਕੇਗਾ। ਇਸੇ ਕਰਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ, ਪੰਚਮ ਪਾਤਸ਼ਾਹ ਜੀ ਨੇ ਬੜਾ ਹੀ ਬੰਦਸ਼ ਵਿੱਚ ਰੱਖਿਆ ਹੈ ਸਮੁੱਚੇ ਗੁਰੂ ਸ਼ਬਦ ਦੀ ਵਿਚਾਰ ਤੇ ਕੀਰਤਨ ਨੂੰ। ਸਤਿਗੁਰੂ ਜੀ ਜੇ ਰਾਗ ਲਿਖਦੇ ਨੇ, ਉਹਦੇ ਨਾਲ ਬੰਦਸ਼ ਵੀ ਲਿਖਦੇ ਨੇ ਕਿ ਭਾਈ ਇਹ ਕਿਹੜੇ ਤਾਲ ਵਿੱਚ ਤਬਲਾ ਵਜਾਉਣਾ, ਇਹਦੇ ਬੀਟਸ ਕੀ ਹੋਣੇ ਚਾਹੀਦੇ ਨੇ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਆਪਾਂ ਕੈਸਟਾਂ ਸੁਣ ਰਹੇ ਹਾਂ, ਅੱਜ ਕੀਰਤਨ ਜਿਹੜਾ ਫਿਲਮੀ ਤਰਜ਼ਾਂ ਦੇ ਉੱਤੇ ਹੋ ਰਿਹਾ, ਬਹੁਤ ਜ਼ਿਆਦਾ ਬੀਟਸ ਨੇ, ਬਹੁਤ ਜ਼ਿਆਦੀਆਂ ਹਾਰਮੋਨੀਅਮ ਦੀਆਂ, ਹੋਰ ਪਤਾ ਨਹੀਂ ਕਿਤਨੇ ਸਾਜ਼, ਜਿਹੜੇ ਵੈਸਟਰਨ ਸਾਜ਼ ਜਿਹੜੇ ਨਾਲ ਵਜਾ ਵਜਾ ਕੇ ਉੱਚੀ ਧੁਨ, ਉੱਚੀ ਸੁਰ ਜਿਹੜਾ ਹੈ ਹੁਣ ਸਾਜ਼ਾਂ ਦਾ ਹੈ। ਕੀਰਤਨ ਦਾ ਜਿਹੜਾ ਸੁਰ ਆ ਉਹ ਵਿੱਚੋਂ ਗਵਾਚ ਜਾਂਦਾ। ਤੁਸੀਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਤੁਸੀਂ ਜਦੋਂ ਕੀਰਤਨ ਸਰਵਣ ਕਰਦੇ ਹੋ, ਉੱਥੇ ਗੱਲ ਦੀ ਬੜੀ ਪਕੜ ਆ, ਅੱਜ ਤੱਕ ਬੰਦਸ਼ ਆ ਕਿ ਆਵਾਜ਼ੇ ਦੀ ਧੁਨ ਤੇ ਨਾਲ ਤਬਲੇ ਦੀ ਧੁਨ ਬੜੀ ਮੱਧਮ ਆ। ਜਿਹੜਾ ਰਾਗੀ ਸਿੰਘ ਕੀਰਤਨ ਕਰ ਰਿਹਾ ਉਹਦੀ ਆਵਾਜ਼ ਬੜੀ ਉੱਚੀ ਹੈ, ਆਪਾਂ ਨੂੰ ਉਹਦੀ ਆਵਾਜ਼ ਸੁਣਦੀ ਹੈ। ਇਸੇ ਕਰਕੇ ਗੁਰੂ ਸ਼ਬਦ ਸਮਝ ਆਉਂਦਾ ਹੈ। ਇਸੇ ਕਰਕੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਕੀਰਤਨ ਦਾ ਆਨੰਦ ਆਉਂਦਾ ਹੈ, ਕਿਉਂਕਿ ਉਸ ਕੀਰਤਨ ਦੇ ਵਿੱਚ ਸਹਿਜ ਆ। ਉੱਥੇ ਵਾਜਿਆਂ ਦੀ ਆਵਾਜ਼ ਨਹੀਂ ਹੈ, ਤਾਲਾਂ ਦੀ ਆਵਾਜ਼ ਨਹੀਂ ਹੈ, ਉੱਥੇ ਇੱਕ ਗੁਰੂ ਦਾ ਸ਼ਬਦ ਦੀ ਪਕੜ ਆ ਤੇ ਗੁਰੂ ਦਾ ਸ਼ਬਦ ਸਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਸੋ ਇਹ ਗੱਲ ਮੈਂ ਇਸ ਕਰਕੇ ਕੀਤੀ ਹੈ ਕਿ ਜਿਹੜੀ ਬੰਦਸ਼ ਆ, ਜਿਹੜੇ ਉੱਪਰ ਤਾਲ ਦਿੱਤੇ ਨੇ, ਘਰ ਦਿੱਤੇ ਨੇ, ਉਹ ਬੀਟਸ ਨੇ। ਜਿਵੇਂ ਪਹਿਲਾ ਘਰ, ਪਹਿਲਾ ਤਾਲ, ਦੂਜਾ ਘਰ 2 ਤਾਲਾਂ ਦੇ ਵਿੱਚ, ਤੀਜਾ ਘਰ ਜਿੱਥੇ 3 ਤਾਲ ਚੱਲਦਾ ਹੈ, ਚੌਥਾ ਘਰ ਜਿੱਥੇ 4 ਤਾਲ ਚੱਲਦੇ ਨੇ, ਪੰਜਵਾਂ ਘਰ ਜਿੱਥੇ 5 ਤਾਲ ਚੱਲਦੇ ਨੇ। ਇਵੇਂ ਕੁੱਲ ਮਿਲਾ ਕੇ 17 ਨੰਬਰ ਘਰ ਤੱਕ ਸਭ ਤੋਂ ਕੀਮਤੀ ਖਜ਼ਾਨਾ ਜੇ ਕੀਰਤਨ ਦਾ ਕਿਤੇ ਹੈ, ਜੇ ਸੰਗੀਤ ਦਾ ਹੈ, ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸ਼ਾਬਦਿਕ ਤੌਰ ਤੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੋੜਦੇ ਨੇ, ਉੱਥੇ ਇੱਕ ਐਸੀ ਰੂਹਾਨੀਅਤ ਦੀ ਪਕੜ ਵੀ ਪਾਤਸ਼ਾਹ ਜੀ ਨੇ ਬਣਾਈ ਹੋਈ ਹੈ ਜੋ ਮਨੁੱਖ ਦੀ ਅਧਿਆਤਮਾ ਦੀ ਖੁਰਾਕ ਆ।
जो मनुख की आत्मिक तौर पर खुराक आ। आत्मा ते अध्यात्मक जिहड़ा खजाना है, जो ये गुरु के सिख नूं मिलदा है, गुरु सिख दे अंदर फिर चढ़दी कला आउंदी है। सतगुरु जी जानते सन कि जिथे ये मनुख एक समाजिक जीव आ, उत्थे नाल इनू धुनां दी भी लोड़ आ, इनू कीर्तन की भी लोड़ आ, इनू गायक की भी लोड़ आ, इनू गाणियां की भी लोड़ आ। फिर साहब कहते मेरा सिख किते भड़क ना जाए, किते गंदे गीतां दे विच गंदियां सुरां दे विच ना पै जाए। साहब कहते इस करके मैं चाहुंदा कि जदों तेरे कीर्तन की भाषा होवे ते वो भी गुरु बाणी दी होवे। जे तो तेरा मन उदास हो जाए तू उस वक्त जे कुछ सुनना चाहे तो की सुने, गुरु की कीर्ति नूं, गुरु के कीर्तन नूं। हर तरीके की तबक बना के रखी, हर तरीके का बीट्स दे के रखिया गुरबाणी दे विच, ताकि कन कदी भी गंदन वैण ना सुन। कन जदों भी सुन गुरु की ही कीर्ति सुन, हर वक्त गुरु की ही बात सुन, हर वक्त गुरु की ही सिक्ख्या सुन, क्योंकि कन्ना तो अंदर गया होया गुरु का ज्ञान मन ते असर करना है, ते मन ने वो करना है जो इन्हें सुने है। इसे करके विजुअल जिहड़े ने तुसीं आम करके देखना, विजुअल्स दे नाल जिहड़ी गल समझाई जाती है ना, वो बहुत छेती ऑबजर्व होंदी है। ऑडियो ते विजुअल दो चीज़ां, आ टीवी क्यों साडे दिमाग विच एकदम घर कर जाता है, नाटक ड्रामे फिल्मां क्यों साडे जीवन च घर कर जांदियां ने, ये मनुख नूं दो तरीके नाल कॉन्सनट्रेट करदियां ने, एक वीडियो की तौर पर विजुअल की तौर पर, दूसरा ऑडियो। दोवें चीज़ां ही मनुख नूं प्रभावित करदियां ने। इसे करके मनुख घंटियां बधी फिल्म वेख लैंदा है, घंटियां बधी उहदे उपर ध्यान दे लैंदा है, क्योंकि उहनूं इंज लगदा है कि ये जिहड़ी स्टोरी आ ना, ये बिल्कुल सचमुच घट रही है। उस समय बिल्कुल उहदे विच डुੱਬ जांदा है। हुण सतगुरु गुरुदेव जी ने जिहड़ी शब्दां दी सांझ पाई है, वो विजुअल्स ना पाई है। विजुअल्स मतलब जिहड़े जीवन दे विच घटनाक्रम घट रहे ने, जो मनुख दा रोजाना दा सुभाਅ है, जो मनुख के रोजाना के आले दुआले मनुख के नाल घटनावां घट रही ने, मनुख किवें संसार की पकड़ दे विच नित प्रति डुੱਬदा जा रहा है, किवें इहदे जीवन दे विच विकार जिहड़े ने वो होछा कर्म कर रहे हैं, किवें इनू गुरु तो दूर लैके जा रहे हैं। मूवीज़ का आधार भी यही है, एक ईवल विचार है, बुरी विचार है, एक चंगी विचार है। चंगी विचार के धारनी नूं असीं हीरो कहने आ, बुरी विचार के धारनी नूं असीं ईवल कहने आ। यही कंसैप्ट साडे अंदर है, साडे अंदर भी यही कुछ चल रहा है। बस वक्री गल है कि असीं उहनूं जस्टिफाई करते हैं अपने शब्दां दे विच, जद कि गुरबाणी गुरु शब्द की जिहड़ी दात है, जिहड़ी सतगुरु का कीमती गुरु शब्द का खजाना है, सतगुरु जी साडे अंदर वो जिहड़ी ईवल सोच आ, जिहड़ी बुरी सोच आ, जो बुरे विचार ने, जिहड़े बुरे ख्याल ने, जिहड़ी नैगेटिविटी आ साडी, सतगुरु जी उहनूं खत्म करते हैं ते पॉजिटिव जिहड़ी साडे अंदर पॉजिटिविटी जिहड़ी है, पॉजिटिव सोच आ, चढ़दी कला जिहड़ी है, वो साडे अंदर डिवेलप करते हैं। हुण सतगुरु गुरबाणी का मुख निशाना यह है कि मनुख कैसा बने, इहदे अंदर परमात्मा वर्गे गुण पैदा हो जाण। तो सतगुरु साहिबान जी ने बार बार ये गल समझाउण दी गुरु शब्द राही, गुरबाणी राही समझाउण दी कोशिश की है। सो आप सारिਆਂ ਦਾ जी आया करदिਆਂ होया आओ अज दे पावन गुरु शब्द की विचार नाल जुड़िए। अज दे पावन शब्द विच धन गुरु अर्जन देव जी महाराज जी जो रहाओ दे बंद दे विच सानू जिहड़ी परिभाषा समझा रहे हैं अज दे पावन शब्द की, आओ इकाग्रता बनाइए, कॉन्सनट्रेट करिए ते गुरमत नूं समझण ते जानण दी कोशिश करिए। सब कहंदे मेरे मन सुख दाता हर सोए, रहाओ दा बंद आ पावन शब्द दा। मेरे मन हे मेरे मन, मैं अक्सर बेनती करदा हाँ, सतगुरु जी जिथे अरदास करते आ ना, जिथे बेनतियां करते आ, उत्थे शब्द लिखणगे हे मेरे भाई, हे मेरे वीर भी बड़ी वारी संबोधन कीता। सतगुरु गुरुदेव जी बहुतात वारी अपने मन नूं संबोधन कर रहे हैं। हुण इत्थे गल जिहड़ी है ना, सतगुरु जी ने अपने आप नूं विच रखे ताकि मनुख नूं गल बड़ी सुत्ते चित पकड़ जावे कि किते आ चीज़ां मेरे नाल भी तो नहीं घट रहीआं जो पातशाह गुरु अर्जन देव जी समझाउण दी कोशिश कर रहे हैं। सतगुरु जी ने मन के सुभाਅ नूं बार बार बयान कीता है। मन एक ऐसी चीज़ है जिहड़ी अलहदा शख्सियत अपनी बनाउंदा है, परमात्मा दे नालों वक्री होंद बना के बहिंदा है। ये मन का सुभाਅ है।
ਮਨ ਦੀ ਇੱਕ ਅਲੱਗਾ ਦੁਨੀਆ ਹੈ, ਮਨ ਦਾ ਇੱਕ ਅਲੱਗਾ ਸੰਸਾਰ ਹੈ। ਜੇ ਮਨ ਉਸ ਦੁਨੀਆ ਦੇ ਵਿੱਚ ਇਸ ਮਨ ਨੂੰ ਲਾਲਚ ਦਾ ਪੂਰਾ ਹੁੰਦਾ ਹੋਵੇ ਤੇ ਮਨ ਉਸ ਦੁਨੀਆ ਵਿੱਚ ਰਹਿਣਾ ਪਸੰਦ ਕਰਦਾ ਹੈ। ਜੇ ਉਸ ਦੁਨੀਆ ਦੇ ਵਿੱਚ ਇਸ ਮਨ ਨੂੰ ਬੇਪਤੀ ਮਿਲੇ ਤੇ ਇਹ ਤੁਰੰਤ ਉੱਥੋਂ ਦੁਨੀਆ ਛੱਡ ਕੇ ਹੋਰ ਕੋਈ ਨਵਾਂ ਸੰਸਾਰ ਲੱਭਦਾ ਹੈ। ਇਹ ਇਸ ਮਨ ਦੀਆਂ ਫਿਤਰਤਾਂ ਨੇ, ਇਸ ਮਨ ਦਾ ਸੁਭਾਅ ਹੈ। ਇਹ ਮਨ ਹੀ ਮਨੁੱਖ ਦਾ ਹੈ ਜੋ ਉਲਝਣਾਂ ਵਿੱਚ ਪਾ ਕੇ ਰੱਖਿਆ, ਜਿਸ ਨੇ ਇਹਦੇ ਨਾਲ ਹਮੇਸ਼ਾ ਹੀ ਧੋਖਾ ਧਰੋ ਕੀਤਾ ਹੈ। ਇਹ ਮਨੁੱਖ ਮਨ ਦੀ ਬੋਲੀ ਬੋਲਦਾ ਹੈ। ਗੱਲ ਕੀ, ਇਹ ਜਿਹੜਾ ਸਰੀਰ ਆ ਨਾ, ਇਸ ਸਰੀਰ ਨੂੰ ਚਲਾਉਣ ਵਾਲਾ ਜਿਹੜਾ ਡਰਾਈਵਰ ਆ ਉਹ ਮਨ ਆ, ਤੇ ਮਨ ਨੂੰ ਚਲਾਉਣ ਵਾਲਾ ਜਿਹੜਾ ਡਰਾਈਵਰ ਆ ਉਹ ਮੱਤ ਆ। ਮੱਤ ਜਿਹੜੀ ਹੈ ਨਾ ਉਹ ਮਨ ਨੂੰ ਕਹਿੰਦੀ ਹੈ ਤੂੰ ਆਹ ਕਰ, ਤੇ ਮਨ ਕੀ ਕਰਦਾ ਹੈ? ਮਨ ਵਿਕਾਰਾਂ ਨੂੰ ਕਹਿੰਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੂਬੇਦਾਰ ਆ, ਉਹ ਉਹਨਾਂ ਨੂੰ ਹੁਕਮ ਲਾਉਂਦਾ ਵੀ ਤੁਸੀਂ ਮੇਰੇ ਵਾਸਤੇ ਜਿਹੜਾ ਨਾ ਇਹ ਚੀਜ਼ਾਂ ਦਾ ਪ੍ਰਬੰਧ ਕਰਨਾ ਹੈ। ਮੈਨੂੰ ਗੰਦੀ ਵਿਚਾਰ ਚੰਗੇ ਲੱਗਦੇ ਨੇ, ਮੈਨੂੰ ਗੰਦੇ ਖਿਆਲ ਚੰਗੇ ਲੱਗਦੇ ਨੇ, ਮੈਨੂੰ ਪਰਾਈ ਦ੍ਰਿਸ਼ਟੀ, ਪਰਾਇਆ ਰੂਪ, ਪਰਾਇਆ ਤਨ, ਪਰਾਇਆ ਧਨ ਬੜਾ ਚੰਗਾ ਲੱਗਦਾ ਹੈ। ਇਹ ਇਸ ਮਨ ਦਾ ਸੁਭਾਅ ਹੈ, ਕਿਉਂਕਿ ਮਨ ਦੀ ਇਹ ਗੰਦਗੀ ਹੈ। ਮਨ ਦੇ ਇਹ ਸਾਰੇ ਦੇ ਸਾਰਾ ਗੰਦ ਮਨ ਦਾ ਕੰਮ ਆ ਇਕੱਠਾ ਕਰਨਾ। ਹੁਣ ਮਨ ਨੇ ਅੱਗੇ ਆਪਣੀ ਫਿਰ ਫੌਜ ਲਾਈ ਹੈ ਜੋ ਇਹਦੇ ਵਾਸਤੇ ਇਹ ਗੰਦ ਇਕੱਠਾ ਕਰਦੀ ਹੈ। ਪਰ ਜਦੋਂ ਗੁਰੂ ਸ਼ਬਦ ਜੀ ਆ ਜਾਂਦੇ ਨੇ ਜੋ ਇਸ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣਾ ਚਾਹੁੰਦੇ ਨੇ, ਜਿਹੜੇ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਤਿਗੁਰੂ ਕੇ ਉਪਦੇਸ਼ ਨੇ, ਉਹ ਚਾਹੁੰਦੇ ਨੇ ਕਿ ਇਹ ਪ੍ਰਮਾਤਮਾ ਨਾਲ ਮਿਲੇ। ਇਸ ਕਰਕੇ ਉਹ ਇਸ ਮਨ ਨੂੰ ਕਈ ਵਾਰੀ ਤਾੜਨਾ ਕਰਦੇ ਨੇ, ਕਈ ਵਾਰੀ ਮਨ ਨੂੰ ਸਮਝਾਉਂਦੇ ਨੇ, ਕਦੀ ਮਨ ਨੂੰ ਪਿਆਰਾ ਕਹਿ ਦਿੰਦੇ ਨੇ ਤੇ ਕਦੀ ਮਨ ਨੂੰ ਬੱਚਾ ਵੀ ਕਹਿ ਦਿੰਦੇ ਨੇ। ਸਤਿਗੁਰੂ ਜੀ ਦਾ ਸਮਝਾਉਣ ਦਾ ਤਰੀਕਾ ਹੈ ਤਾਂ ਕਿ ਮਨੁੱਖ ਦੇ ਜੀਵਨ ਵਿੱਚ ਗੱਲ ਉਹਦੀ ਪਕੜ 'ਚ ਆ ਜਾਵੇ ਤੇ ਕਦਮ ਇਹਦੇ ਸੱਚ ਵੱਲ ਨੂੰ ਤੁਰ ਪੈਣ। ਦੇਖੋ, ਆਪਾਂ ਜੇ ਸਿਲੇਬਸ ਪੜ੍ਹੀ ਜਾਈਏ ਪਰ ਜੇ ਉਹਨੂੰ ਇੰਪਲੀਮੈਂਟ ਨਾ ਕਰੀਏ ਨਾ ਤੇ ਰਿਜ਼ਲਟਸ ਨਹੀਂ ਬੈਟਰ ਆਉਣਗੇ। ਜੇ ਅੱਜ ਅਸੀਂ ਰਿਜ਼ਲਟਸ ਚਾਹੁੰਦੇ ਹਾਂ ਆਪਣੀ ਲਾਈਫ ਦੇ ਵਿੱਚ ਤੇ ਵੀ ਸ਼ੁੱਡ ਹੈਵ ਵੀ ਇੰਪਲੀਮੈਂਟ, ਸਾਨੂੰ ਇੰਪਲੀਮੈਂਟ ਕਰਨਾ ਪਊਗਾ। ਗੁਰਮਤਿ ਦੀ ਕਸਵੱਟੀ ਤੇ ਭਾਵੇਂ ਥੋੜਾ ਹੀ ਤੁਰਨ ਦਾ ਯਤਨ ਕਰੀਏ, ਹੈ ਬਹੁਤ ਔਖਾ ਹੈ। ਐਵੇਂ ਨਹੀਂ ਗੁਰੂ ਸਾਹਿਬ ਕਹਿੰਦੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਹੈ ਸੱਚਮੁੱਚ ਔਖਾ ਹੈ। ਕਿਉਂਕਿ ਜਿੱਦਣ ਤੁਸੀਂ ਸੱਚ ਬੋਲਣ ਲੱਗਦੇ ਹੋ ਨਾ, ਇਹ ਦੁਨੀਆ ਤੁਹਾਨੂੰ ਬਰਦਾਸ਼ਤ ਨਹੀਂ ਕਰਦੀ। ਜਿੱਦਣ ਤੁਸੀਂ ਸੱਚ ਦੇ ਪੈਂਡੇ ਤੇ ਚੱਲਣ ਲੱਗਦੇ ਹੋ ਨਾ ਤੇ ਇਹ ਦੁਨੀਆ ਤੁਹਾਡੇ ਵਿਰੋਧ ਵਿੱਚ ਆ ਕੇ ਖੜਦੀ ਹੈ। ਕਿਉਂਕਿ ਦੁਨੀਆ ਦਾ ਸੁਭਾਅ ਹੈ, ਪਹਿਲਾਂ ਇਗਨੋਰ ਕਰਦੀ ਹੈ, ਫਿਰ ਵਿਰੋਧ ਕਰਦੀ ਹੈ, ਫਿਰ ਜਦੋਂ ਵਿਰੋਧਤਾ ਤੋਂ ਕੋਈ ਮਨੁੱਖ ਪਿੱਛੇ ਨਹੀਂ ਨਾ ਹਟਦਾ ਫਿਰ ਉਹਦੇ ਨਾਲ ਤੁਰ ਪੈਂਦੀ ਹੈ, ਕਿਉਂਕਿ ਉਹਨੂੰ ਸਮਝ ਆ ਜਾਂਦਾ ਭਾਈ ਇਹ ਸੱਚ ਆ। ਅੱਜ ਇਸੇ ਕਰਕੇ ਸੱਚ ਦੇ ਰਾਹ ਤੇ ਤੁਰਨਾ, ਸੱਚ ਜਾਣਿਓ, ਜਦੋਂ ਮਨੁੱਖ ਸੱਚ ਦੇ ਰਸਤੇ ਤੇ ਤੁਰਦਾ ਹੈ ਨਾ ਤੇ ਇਹਦੇ ਆਲੇ ਦੁਆਲੇ ਇਹਦੇ ਦੁਸ਼ਮਣਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਕਿਉਂਕਿ ਝੂਠ ਹਮੇਸ਼ਾ ਸੱਚ ਦਾ ਦੁਸ਼ਮਣ ਰਹੇਗਾ। ਸੱਚ ਦਾ ਕੋਈ ਦੁਸ਼ਮਣ ਨਹੀਂ, ਸੱਚ ਦਾ ਕੋਈ ਵੈਰੀ ਨਹੀਂ, ਕਿਉਂਕਿ ਜਿਹਦੇ ਅੰਦਰ ਸੱਚ ਆ ਗਿਆ ਨਾ ਉਹਦਾ ਕਿਸੇ ਨਾਲ ਕੋਈ ਦੁਸ਼ਮਣੀ ਰਹਿੰਦੀ ਨਹੀਂ। ਉਹ ਬਸ ਇੰਨਾ ਕੀ ਹੈ ਕਿ ਸੱਚ ਸੱਚ ਆ, ਬਿਲਕੁਲ ਸੱਚ ਆ, ਜਿਹਦੇ ਵਿੱਚ ਕੋਈ ਪਖੰਡ ਨਹੀਂ ਹੈ, ਜਿਹਦੇ ਵਿੱਚ ਕੋਈ ਫਰੇਬ ਨਹੀਂ ਹੈ, ਜਿਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੈ। ਹੁਣ ਉਹ ਸੱਚ ਬਿਲਕੁਲ ਸਟੀਕ ਆ। ਹੁਣ ਝੂਠ ਇਹ ਚਾਹੁੰਦਾ ਹੈ ਕਿ ਮੇਰੇ ਮੂੰਹ ਦੇ ਉੱਤੇ ਘੱਟੋ ਘੱਟ ਤੇ ਨਾ ਸੱਚ ਕਹਿ, ਮੇਰੇ ਮੂੰਹ ਦੇ ਉੱਤੇ ਮੈਨੂੰ ਫੁੱਲੀਆਂ ਪਾ, ਮੇਰੇ ਮੂੰਹ ਦੇ ਉੱਤੇ ਮੇਰੀਆਂ ਜਿਹੜੀਆਂ ਗੱਲਾਂ ਨੇ ਨਾ ਭਾਵੇਂ ਉਹ ਤੈਨੂੰ ਗਲਤ ਲੱਗਣ, ਤੂੰ ਉਹਨਾਂ 'ਚ ਹਾਮੀ ਭਰੀ ਜਾ। ਇਸੇ ਕਰਕੇ ਖਿਆਲ ਕਰਨਾ, ਮਨੁੱਖ ਨੂੰ ਆਮ ਕਰਕੇ ਉਸ ਸਭਾ ਵਿੱਚ ਬਹਿ ਕੇ ਆਨੰਦ ਆਉਂਦਾ ਜਿੱਥੇ ਉਹਦੀ ਹਾਮੀ ਭਰੀ ਜਾਵੇ ਗੱਲਾਂ ਦੀ, ਜਿੱਥੇ ਉਹਨੂੰ ਇਹ ਕਿਹਾ ਜਾਵੇ ਭਾਈ ਬੜਾ ਹੀ ਸਿਆਣਾ ਹੈ, ਬੜਾ ਸਮਝਦਾਰ ਆ। ਉਹਨੂੰ ਐਸਾ ਉਹਦਾ ਨਸ਼ਾ ਚੜ੍ਹਦਾ ਹੈ ਕਿ ਉਹ ਫਿਰ ਉਸ ਦੁਨੀਆ ਵਿੱਚ ਬਹਿਣਾ ਪਸੰਦ ਕਰਦਾ ਹੈ। ਤੇ ਜਿੱਥੇ ਕਿਤੇ ਇੱਕ ਵੀ ਮਨੁੱਖ ਉਹਦੀ ਗੱਲ ਨੂੰ ਨਾ ਸਮਝੇ ਜਾਂ ਉਹਦੀ ਹਾਮੀ 'ਚ ਹਾਮੀ ਨਾ ਭਰੇ, ਉਹਦੇ ਨਾਲ ਇਹ ਮਿੱਤਰਤਾ ਨਹੀਂ ਪਾਉਣਾ ਚਾਹੁੰਦਾ, ਉਹਦੇ ਪ੍ਰਤੀ ਆਪਣੇ ਖਿਆਲ ਡਿਵੈਲਪ ਕਰ ਲੈਂਦਾ ਹੈ, ਇਹਦੇ ਨਾਲ ਮੇਰੇ ਵਿਚਾਰ ਨਹੀਂ ਰਲਦੇ। ਵਿਚਾਰ ਕਿਉਂ ਨਹੀਂ ਰਲਦੇ? ਕਿਉਂਕਿ ਉਹ ਝੂਠ ਤੇ ਖਲੋਤਾ ਹੈ ਤੇ ਸੱਚ ਦੇ ਧਾਰਨੀ ਵਾਲੇ ਦੇ ਵਿਚਾਰ ਨਹੀਂ ਰਲਣੇ। ਕਿਉਂਕਿ ਸੰਸਾਰੀਆਂ ਤੇ ਭਗਤਾਂ ਦੀ ਜੋੜ ਨਹੀਂ ਬਹਿਣੀ। ਭਗਤ ਨੇ ਸਟੀਕ ਜੀਵਨ ਜਿਉਣਾ ਹੈ, ਸੱਚ ਜੀਵਨ ਜਿਉਣਾ ਹੈ। ਤੋ ਸਾਹਿਬ ਜੀ ਨੇ ਇਸ ਮਨ ਦੀ ਇਸ ਅਵਸਥਾ ਨੂੰ ਬਿਆਨ ਕੀਤਾ ਹੈ। ਮਨ ਦਾ ਸੁਭਾਅ ਹੈ ਸੁਖ ਪਾਉਣਾ, ਇਹ ਚਾਹੁੰਦਾ ਹੈ ਕਿ ਮੈਂ ਸੁਖੀ ਰਵਾਂ, ਕੰਫਰਟ ਜ਼ੋਨ 'ਚ ਰਵਾਂ। ਤੇ ਜਿਹੜਾ ਮਨੁੱਖ ਕੰਫਰਟ ਜ਼ੋਨ 'ਚ ਰਹਿਣਾ ਪਸੰਦ ਕਰਦਾ ਹੈ ਉਹ ਕਦੀ ਵੀ ਇਨਕਲਾਬ ਨਹੀਂ ਲਿਆ ਸਕਦਾ। ਕੰਫਰਟ ਜ਼ੋਨ ਕਹਿੰਦੇ ਨੇ ਗੁਲਾਮੀ, ਕਿਸੇ ਵੀ ਚੀਜ਼ ਦਾ ਗੁਲਾਮ ਹੋ ਜਾਣਾ। ਕੋਈ ਮਨੁੱਖ ਸਿਫਤਾਂ ਦਾ ਗੁਲਾਮ ਆ, ਕੋਈ ਮਨੁੱਖ
ਆਪਣੀਆਂ ਖਿਮਾ ਕਰਨਾ, ਕਿਸੇ ਮਨੁੱਖ ਨੂੰ ਇਹ ਗੁਲਾਮੀ ਹੈ ਕਿ ਕੋਈ ਮੇਰੀ ਸਦਾ ਉਸਤਤੀ ਕਰੀ ਜਾਵੇ। ਕੋਈ ਮਨੁੱਖ ਆਪਣੇ ਐਬਾਂ ਦਾ ਗੁਲਾਮ ਆ। ਗੱਲ ਕੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਗੁਲਾਮੀ ਹੈ ਨਾ, ਉਹ ਪਦਾਰਥਾਂ ਦੀ ਗੁਲਾਮੀ ਜਿਹੜੀ ਹੈ, ਇਹੀ ਗੁਲਾਮ ਮਨੁੱਖ ਨੂੰ ਮਾਫ ਕਰਨਾ ਕੁੱਤੇ ਵਾਂਗੂ ਇੱਕ ਪਟੇ ਵਿੱਚ ਪਾ ਕੇ ਬੰਨ੍ਹ ਦਿੰਦੀ ਹੈ। ਹੁਣ ਕੁੱਤਾ ਮਾਲਕ ਦੀ ਵਫਾਦਾਰੀ ਕਰਦਾ ਜ਼ਰੂਰ ਆ, ਪਰ ਉਹ ਗੁਲਾਮੀ ਹੈ। ਪਰ ਗੁਰੂ ਦੀ ਮੱਤ ਤੇ ਚੱਲਣ ਵਾਲਾ ਸਿੱਖ ਗੁਲਾਮ ਨਹੀਂ ਹੈ। ਇਹਨੂੰ ਸਿੰਘ ਦੇ ਨਾਲ ਖਿਤਾਬ ਦੇਣ ਦਾ ਮਤਲਬ ਕੀ ਹੈ ਕਿ ਸਿੰਘ ਆ ਜਾਂ ਬਾਜ ਆ, ਇਹਦਾ ਮਤਲਬ ਕੀ ਹੈ? ਬਾਜ ਆਜ਼ਾਦ ਆ, ਬਾਜ ਗੁਲਾਮ ਨਹੀਂ ਹੁੰਦਾ। ਬਾਜ ਦੀ ਉਡਾਰੀ ਬਹੁਤ ਉੱਚੀ ਹੈ। ਬਾਜ ਪ੍ਰਤੀਕ ਆ। ਅਸੀਂ ਬਾਜ ਦੇ ਪੁਜਾਰੀ ਨਹੀਂ। ਸਾਨੂੰ ਸਤਿਗੁਰੂ ਜੀ ਨੇ ਬਾਜ ਦੇ ਪੈਰੀਂ ਪੈਣ ਵਾਸਤੇ ਬਾਜ ਨਹੀਂ ਬਣਾਇਆ ਭਾਈ ਤੂੰ ਬਾਜ ਨੂੰ ਮੱਥਾ ਟੇਕੇ। ਗੁਰੂ ਕਲਗੀਧਰ ਸਾਹਿਬ ਦਾ ਬਾਜ ਆ। ਬਾਜ ਇੱਕ ਉਸ ਸਮੇਂ ਦੀ ਪ੍ਰਤੀਕ, ਇੱਕ ਸੋਚ, ਇੱਕ ਵਿਚਾਰਧਾਰਾ ਨੂੰ ਜਿਹੜਾ ਹੈ ਉਹ ਦਰਸਾਉਂਦਾ ਸੀ ਕਿ ਸਿੱਖ ਦੀ ਵਿਚਾਰ ਇੰਨੀ ਉੱਚੀ ਹੈ ਜਿਵੇਂ ਬਾਜ ਆਕਾਸ਼ ਦੀਆਂ ਉਡਾਰੀਆਂ ਦੇ ਵਿੱਚ ਉੱਚੀ ਤੋਂ ਉੱਚੀ ਉਡਾਰੀ ਲਾਉਂਦਾ ਹੈ। ਸਿੱਖ ਡਿਪੈਂਡ ਨਹੀਂ ਹੈ ਕਿਸੇ ਤੇ। ਸਿੱਖ ਦੀ ਵੀ ਸੋਚ ਦੀ, ਸਮਝ ਦੀ ਉਡਾਰੀ ਬੜੀ ਉੱਚੀ ਹੈ। ਸਿੱਖ ਲਕੀਰ ਦਾ ਫਕੀਰ ਨਹੀਂ ਹੈ, ਜੋ ਕਿਸੇ ਨੇ ਕਹਿ ਦਿੱਤਾ ਬਸ ਉਹਨੂੰ ਮੰਨ ਲਿਆ, ਉਹਨੂੰ ਫਾਲੋ ਕਰ ਲਿਆ। ਨਹੀਂ, ਸਿੱਖ ਕੇਵਲ ਇੱਕ ਅਕਾਲ ਪੁਰਖ ਦਾ ਗੁਲਾਮ ਆ। ਸਿੱਖ ਦੀ ਸੋਚ, ਸਿੱਖ ਦੀ ਸਮਝ ਬੜੀ ਉੱਚੀ ਹੈ। ਸਿੱਖ ਦੀ ਉਡਾਰੀ ਸੋਚ ਦੀ ਬਾਜ ਵਰਗੀ ਹੈ। ਦੂਸਰੀ ਗੱਲ, ਸਿੱਖ ਗੁਲਾਮ ਨਹੀਂ, ਸਿੱਖ ਪਿੰਜਰਿਆਂ 'ਚ ਨਹੀਂ ਪੈਂਦਾ। ਇਵੇਂ ਹੀ ਜਿਹੜਾ ਸ਼ੇਰ ਸ਼ਬਦ ਆ, ਜਿਹੜਾ ਬੱਬਰ ਸ਼ੇਰ ਆ ਜਾਂ ਸ਼ੇਰ ਦਾ ਪ੍ਰਤੀਕ ਕੀ ਹੈ? ਸ਼ੇਰ ਦੀ ਆਜ਼ਾਦੀ ਹੈ। ਸ਼ੇਰ ਗੁਲਾਮੀ ਨਹੀਂ ਕਬੂਲ ਕਰਦਾ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇਹ ਸਾਰੇ ਦੇ ਸਾਰੇ ਪ੍ਰਤੀਕ ਵਰਤ ਕੇ ਇਹਦੀ ਸੋਚ ਨੂੰ, ਇਹਦੀ ਵਿਚਾਰ ਨੂੰ, ਇਹਦੀ ਸਮਝ ਨੂੰ ਡਿਵੈਲਪ ਕੀਤਾ ਤਾਂ ਕਿ ਇਹ ਚੜ੍ਹਦੀ ਕਲਾ ਦੇ ਵਿੱਚ ਸੋਚੇ, ਉੱਚਾ ਸੋਚੇ। ਇਸੇ ਕਰਕੇ ਜਪਜੀ ਸਾਹਿਬ ਦੇ ਵਿੱਚ ਬਾਰ-ਬਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਕਹਿੰਦੇ ਜੇ ਉਸ ਉੱਚੇ ਪ੍ਰਮਾਤਮਾ ਨੂੰ ਜਾਣਨਾ, ਸਮਝਣਾ ਚਾਹੁੰਦਾ ਹੈ ਤੇ ਮੇਰੇ ਮਨਾ ਤੈਨੂੰ ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਪਊਗਾ। ਤੈਨੂੰ ਸੱਚੇ ਪ੍ਰੀਤਮ ਪ੍ਰਮਾਤਮਾ ਦੀ ਵਰਗੀ ਹੀ ਵਿਚਾਰਧਾਰਾ, ਵੈਸੀ ਹੀ ਸੋਚ ਤੈਨੂੰ ਅਪਣਾਉਣੀ ਪਏਗੀ। ਤੇ ਉਹ ਸੋਚ ਕਿੱਥੇ ਪਈ ਹੈ? ਉਸ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਈ ਹੈ। ਜਿੱਥੇ ਬਾਬਾ ਕਬੀਰ ਜੀ ਦੀ ਸੋਚ ਵੇਖੋ ਕੈਸੀ ਉੱਚੀ ਸੋਚ ਆ। ਭਗਤ ਨਾਮਦੇਵ ਜੀ ਦੀ ਇਨਕਲਾਬੀ ਸੋਚ ਆ। ਭਗਤ ਰਵਿਦਾਸ ਜੀ ਦੀ ਇਨਕਲਾਬੀ ਸੋਚ ਆ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਪੰਜਵੇਂ ਪਾਤਸ਼ਾਹ ਜੀ, ਸਤਿਗੁਰੂ ਸਾਹਿਬਾਨ ਦੀ ਇਹ ਉਹ ਸੋਚ ਆ ਜਿਹੜੀ ਮਨੁੱਖ ਨੂੰ ਅਧਿਆਤਮਿਕਵਾਦ ਦੇ ਨਾਲ ਨਾਲ ਇੱਕ ਇਨਕਲਾਬੀ ਤੇ ਰੈਵੋਲੂਸ਼ਨਰੀ ਵਿਚਾਰਧਾਰਾ ਨੂੰ ਜਨਮ ਦਿੰਦੀ ਹੈ। ਸਿੱਖ ਤਮਾਮ ਉਹਨਾਂ ਵਿਤਕਰਿਆਂ ਦਾ, ਸਿੱਖ ਤਮਾਮ ਉਹਨਾਂ ਬੁਰਾਈਆਂ ਦਾ ਵਿਰੋਧੀ ਹੈ ਜਿਹੜੀਆਂ ਬੁਰਾਈਆਂ ਦੇ ਨਾਲ ਮਨੁੱਖ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਕਰਕੇ ਸਿੱਖ ਆਜ਼ਾਦੀ ਦਾ ਪ੍ਰਤੀਕ ਆ, ਖਾਲਸੇ ਦਾ ਪ੍ਰਤੀਕ ਆ, ਕਿਉਂਕਿ ਸਿੱਖ ਗੁਲਾਮ ਨਹੀਂ ਹੈ। ਪਰ ਜਦੋਂ ਵੀ ਸਿੱਖ ਗੁਲਾਮ ਕੀਤਾ ਜਾਵੇਗਾ, ਇਹਨੂੰ ਪਦਾਰਥਾਂ ਦਾ ਗੁਲਾਮ ਬਣਾਇਆ ਜਾਵੇਗਾ। ਜਿਵੇਂ ਅੱਜ ਅਸੀਂ ਹੁਣ ਪੰਚਮ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਇੱਕ ਲੰਬੀ ਲਿਸਟ ਖਿੱਚੀ ਹੈ ਕਿ ਮਨ ਕਿੱਥੇ ਕਿੱਥੇ ਗੁਲਾਮੀ ਕਰ ਰਿਹਾ ਹੈ, ਮਨ ਨੂੰ ਕਿੱਥੇ ਗ੍ਰਸਤ ਚਾਹੀਦੀ ਹੈ। ਸਭ ਕਹਿੰਦੇ ਮੈਂ ਚਾਹੁੰਦਾ ਤੂੰ ਗ੍ਰਸਤੀ ਹੋਵੇਂ, ਪਰ ਗ੍ਰਸਤ ਤੈਨੂੰ ਦਿੱਤੀ ਕਾਹਦੇ ਵਾਸਤੇ ਹੈ? ਇਹ ਵੀ ਗੱਲ ਸਮਝ। ਗ੍ਰਸਤ ਨੂੰ ਭੋਗਣਾ ਜ਼ਰੂਰ ਆ, ਪਰ ਗ੍ਰਸਤ ਦੇ ਵਿੱਚ ਭੋਗਦਿਆਂ ਗ੍ਰਸਤੀ ਜੀਵਨ ਨਾ ਬਣ ਜਾਵੇ ਕਿ ਤੂੰ ਗ੍ਰਸਤ ਨੂੰ ਹੀ ਸਭ ਕੁਝ ਸਮਝ ਲਵੇਂ, ਗ੍ਰਸਤ ਨੂੰ ਕਮਜ਼ੋਰੀ ਬਣਾ ਲਵੇਂ, ਗ੍ਰਸਤ ਦੀ ਗੁਲਾਮੀ ਕਰਨ ਲੱਗ ਪਵੇਂ। ਗ੍ਰਸਤ ਤੇਰੀ ਇੱਕ ਤਾਕਤ ਆ, ਗ੍ਰਸਤ ਇੱਕ ਤੇਰੀ ਪਾਵਰ ਆ, ਜਿਸ ਗ੍ਰਸਤ ਦੇ ਵਿੱਚ ਰਹਿ ਕੇ ਤੂੰ ਆਪਣੇ ਪਰਿਵਾਰ ਦੇ ਨਾਲ ਅਧਿਆਤਮਿਕਵਾਦ, ਆਤਮਿਕ ਜੀਵਨ ਨੂੰ ਉੱਚਾ ਕਰ ਸਕਦਾ ਹੈ ਤੇ ਨਿਆਰੇ ਤੇ ਆਪਣੇ ਨਵੇਕਲੀ ਵਿਚਾਰਧਾਰਾ ਬਣਾ ਕੇ ਨਿਆਰੇ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਰਸਤੇ ਨੂੰ ਫਾਲੋ ਕਰਕੇ ਮਾਨਵਤਾ ਦੀ ਸੇਵਾ ਵਿੱਚ ਲੱਗ ਸਕਦਾ ਹੈ। ਇਹ ਮੈਂ ਲੰਬੀ ਵਿਚਾਰ ਇਸ ਕਰਕੇ ਦਿੱਤੀ ਹੈ ਕਿ ਇਹ ਜਿਹੜਾ ਸ਼ਬਦ ਆ, ਇਸ ਚੀਜ਼ ਨੂੰ ਆਪਾਂ ਫਾਲੋ ਕਰਕੇ ਸਮਝਣਾ। ਸਭ ਕਹਿੰਦੇ ਮੇਰੇ ਮਨ ਸੁਖ ਦਾਤਾ ਹਰਿ ਸੋਏ। ਹੇ ਮੇਰੇ ਮਨ, ਜੇ ਤੂੰ ਸੁੱਖਾਂ ਦਾ ਦਾਤਾ ਕਿਸੇ ਨੂੰ ਸਮਝਣਾ ਚਾਹੁੰਦਾ ਹੈ, ਉਹ ਮਨੁੱਖ ਦੁਨਿਆਵੀ ਲੋਕ ਨਹੀਂ ਨੇ। ਜੇ ਕੋਈ ਸੁੱਖਾਂ ਦਾ ਦਾਤਾ ਹੈ ਹਰਿ ਸੋਏ, ਉਹ ਕੇਵਲ ਤਾਂ ਕੇਵਲ ਪਰਮਾਤਮਾ ਹੈ, ਉਹ ਕੇਵਲ ਤਾਂ ਕੇਵਲ ਵਾਹਿਗੁਰੂ ਹੈ। ਗੁਰ ਪ੍ਰਸਾਦੀ ਪਾਈ ਹੈ ਤੇ ਐਸਾ ਹੀ ਸੋਹਣਾ ਪ੍ਰੀਤਮ ਪਰਮਾਤਮਾ ਜੋ ਤਮਾਮ ਸੁੱਖਾਂ ਦਾ ਮਾਲਕ ਆ,
ਉਹ ਮਿਲਣਾ ਕਿਵੇਂ ਹੈ? ਗੁਰਪ੍ਰਸਾਦੀ, ਗੁਰੂ ਜੀ ਦੀ ਕਿਰਪਾ ਦੇ ਨਾਲ। ਗੁਰੂ ਜੀ ਦੀ ਕਿਰਪਾ ਕਿਵੇਂ ਹੋਵੇਗੀ? ਜਦੋਂ ਤੂੰ ਗੁਰੂ ਜੀ ਦੀ ਮੱਤ ਨੂੰ ਫੋਲੋ ਕਰੇਗਾ, ਗੁਰੂ ਦੇ ਉਪਦੇਸ਼ ਤੇ ਚੱਲੇਗਾ। ਜਦੋਂ ਜਿਵੇਂ ਗੁਰੂ ਦੇ ਉਪਦੇਸ਼ ਤੇ ਤੁਰਦਾ ਜਾਵੇਂਗਾ, ਗੁਰੂ ਜੀ ਨੂੰ ਬਾਂਹ ਫੜਾ ਕੇ ਰਸਤੇ ਵਿੱਚ ਚੱਲਦਾ ਜਾਵੇਂਗਾ। ਦੇਖੋ, ਕੋਚ ਸ਼ਬਦ ਕਿਹਨੂੰ ਕਹਿੰਦੇ? ਕੋਚ ਦਾ ਅਰਥ ਜੇ ਆਪਾਂ ਹਿੰਦੀ ਚ ਕਰੀਏ, ਪੰਜਾਬੀ ਗੁਰੂ। ਜੋ ਇੱਕ ਆਪਣੇ ਜਿਸ ਬੱਚੇ ਨੇ, ਜਿਹਨੇ ਖਿਡਾਰੀ ਵਧੀਆ ਬਣਨਾ ਹੋਵੇ ਨਾ, ਜਿਹਨੇ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕਰਨਾ ਹੋਵੇ, ਓਲੰਪਿਕਸ ਜਿੱਤਣੇ ਹੋਣ, ਫਿਰ ਉਹ ਜਿਹੜਾ ਕੋਚ ਆ ਨਾ, ਉਹਨੂੰ ਕੰਫਰਟ ਜ਼ੋਨ 'ਚ ਨਹੀਂ ਰਹਿਣ ਦਿੰਦਾ। ਬੜੀ ਸਟਰਗਲ ਕਰਨੀ ਪੈਂਦੀ ਹੈ, ਹੱਡ ਤੋੜਵੀਂ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰੀ ਲੱਤਾਂ ਵੀ ਟੁੱਟ ਜਾਂਦੀਆਂ, ਬਾਹਾਂ ਵੀ ਟੁੱਟ ਜਾਂਦੀਆਂ, ਪਰ ਕੋਚ ਜਿਹੜਾ ਹੈ, ਜਿਹੜਾ ਵਿਦਿਆਰਥੀ ਹੈ, ਉਹ ਕੋਚ ਆਪਣੇ ਨੂੰ ਸਮਰਪਿਤ ਕਰ ਦਿੰਦਾ ਹੈ ਕਿ ਜੇ ਮੈਂ ਇੱਕ ਚੰਗਾ ਖਿਡਾਰੀ ਬਣਨਾ ਤੇ ਮੈਨੂੰ ਕੋਚ ਨੂੰ ਸਮਰਪਿਤ ਕਰਨਾ ਪਊਗਾ। ਫਿਰ ਕੋਚ ਸਮਝਾਉਂਦਾ ਹੈ ਵੀ ਆਹ ਜਿਹੜੀਆਂ ਨੇ ਨਾ, ਇਹ ਟ੍ਰਿਕਸ ਨੇ, ਇਹ ਸਕਿੱਲਸ ਨੇ, ਆਹ ਜਿਹੜੀਆਂ ਨਾ ਤੂੰ ਇੱਥੇ ਉਹ ਜਿਹੜਾ ਦੂਸਰਾ ਖਿਡਾਰੀ ਹੈ ਉਹ ਇਵੇਂ ਖੇਡਦਾ ਹੈ, ਤੂੰ ਜੇ ਉਹ ਤੋਂ ਅੱਗੇ ਲੰਘਣਾ ਚਾਹੁੰਦਾ ਹੈ ਤੈਨੂੰ ਉਹ ਤੋਂ ਡਬਲ ਮਿਹਨਤ ਕਰਨੀ ਪਊਗੀ। ਇਵੇਂ ਸਤਿਗੁਰੂ, ਗੁਰੂ ਸ਼ਬਦ, ਗੁਰਬਾਣੀ ਜੀ ਸਾਨੂੰ ਵਿਕਾਰਾਂ ਦੀ ਖੇਡ ਸਮਝਾਉਂਦੇ ਨੇ। ਕਹਿੰਦੇ ਕ੍ਰੋਧ ਨਾ ਇੱਥੇ ਆ ਕੇ ਤੇਰੇ ਜੀਵਨ 'ਚ ਵੜੂਗਾ, ਇੱਥੇ ਤੇਰਾ ਜੀਵਨ ਕਾਮ ਦੇ ਵਾਸ਼ਨਾਵਾਂ ਦੇ ਵਿੱਚ ਡੁੱਬ ਜਾਊਗਾ, ਇੱਥੇ ਤੇਰੇ ਜੀਵਨ ਦੇ ਵਿੱਚ ਮੋਹ ਦੀ ਪਕੜ ਵੀ ਆ ਸਕਦੀ ਹੈ, ਇੱਥੇ ਕਿ ਜੇ ਆ ਕੇ ਤੂੰ ਸਵਾਰਥੀ ਵੀ ਹੋ ਸਕਦਾ ਹੈ। ਇਹ ਮੈਂ ਤੈਨੂੰ ਜਾਣੂ ਕਰਾਉਣਾ ਚਾਹੁੰਦਾ ਵੀ ਕਿੱਥੇ ਕਿੱਥੇ ਤੈਨੂੰ ਜ਼ਿੰਦਗੀ ਦੇ ਵਿੱਚ ਹਾਰ ਮਿਲ ਸਕਦੀ ਹੈ। ਹੁਣ ਜਿੰਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਬਣਾ ਲਿਆ, ਜਿਹਨੇ ਕੋਚ ਬਣਾ ਲਿਆ, ਸਮਰਪਣ ਕਰ ਦਿੱਤਾ ਆਪਣੇ ਆਪ ਨੂੰ, ਉਹ ਤੇ ਬਣ ਜਾਊਗਾ ਚੰਗਾ ਖਿਡਾਰੀ। ਮਨ ਜੀਤਾ ਹੈ ਜਗ ਜੀਤ, ਉਹ ਤੇ ਆਪਣੇ ਮਨ ਦੀ ਖੇਡ ਨੂੰ ਜਿੱਤ ਜਾਵੇਗਾ। ਉਹ ਤੇ ਪੂਰੇ ਤਰੀਕੇ ਨਾਲ ਦਾ ਪੇਚ ਵਿਕਾਰਾਂ ਦੇ ਤੇ ਇਸ ਮਾਇਆ ਦੇ ਸਮਝ ਜਾਊਗਾ। ਉਹ ਇਹਨਾਂ ਦਾ ਪੇਚਾਂ ਦੇ ਵਿੱਚ ਨਹੀਂ ਫਸੂਗਾ। ਇਸੇ ਕਰਕੇ ਸਤਿਗੁਰੂ ਜੀ ਗੁਰਮਤਿ ਸਮਝਾਉਂਦੇ ਨੇ, ਇਸੇ ਕਰਕੇ ਬਾਰ-ਬਾਰ ਸਾਨੂੰ ਟੈਕਨੀਕ ਸਮਝਾਉਂਦੇ ਨੇ, ਕਿਵੇਂ ਤੂੰ ਕ੍ਰੋਧ ਤੋਂ ਬਚਣਾ ਹੈ, ਕਿਵੇਂ ਲੋਭ ਤੋਂ ਬਚਣਾ ਹੈ। ਪਰ ਜੇ ਤੂੰ ਇਹਨਾਂ ਦੇ ਵਿੱਚ ਪੈ ਗਿਆ, ਦੇਖੋ ਇੱਕ ਸਮਾਂ ਖਿਡਾਰੀ ਦਾ ਆਉਂਦਾ ਹੈ, ਜਿਹੜਾ ਖਿਡਾਰੀ ਬਹੁਤ ਵਧੀਆ ਖੇਡਦਾ ਹੈ ਨਾ, ਫਿਰ ਉਹਨੂੰ ਦਬਾਉਣ ਵਾਸਤੇ ਪਹਿਲਾਂ ਕੀ ਕੀਤਾ ਜਾਂਦਾ ਹੈ? ਉਹਨੂੰ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਹੈ ਵੀ ਤੂੰ ਹਾਰ ਜਾਈਂ ਉਹ ਤੋਂ, ਹਾਰ ਜਾਈਂ ਉਹ ਤੋਂ। ਜੇ ਤੇ ਉਹ ਖਿਡਾਰੀ ਉੱਥੇ ਬਹਿ ਗਿਆ ਵੀ ਮੈਨੂੰ ਇੰਨੇ ਪੈਸੇ ਜਿੱਤ ਕੇ ਮਿਲਣੇ ਨੇ, ਕਿਉਂ ਨਾ ਮੈਂ ਹਾਰ ਕੇ ਲੈ ਲਵਾਂ, ਉਹਦਾ ਕੈਰੀਅਰ ਖਤਮ। ਪੈਸੇ ਤੇ ਲੈ ਲੂਗਾ, ਧਨ ਵੀ ਲੈ ਲੂਗਾ, ਖਤਮ ਹੋ ਜਾਊਗਾ। ਪਰ ਜੇ ਉੱਥੋਂ ਅੱਗੇ ਤੁਰ ਪਿਆ, ਅਗਲੀ ਚਾਲ ਕੀ ਹੁੰਦੀ ਹੈ ਕਿ ਇਹਨੂੰ ਹਾਨੀ ਪਹੁੰਚਾਈ ਜਾਵੇ ਫਿਜ਼ੀਕਲ ਤੌਰ ਤੇ। ਪਰ ਜੇ ਉਹ ਵੀ ਸਹਿ ਗਿਆ, ਫਿਜ਼ੀਕਲੀ ਤੌਰ ਤੇ ਵੀ ਸਹਿ ਗਿਆ, ਉੱਚਾ ਹੋ ਗਿਆ ਨਾ, ਫਿਰ ਜਦੋਂ ਸਾਰੀਆਂ ਪ੍ਰੀਖਿਆਵਾਂ ਪਾਸ ਕਰ ਗਿਆ, ਫਿਰ ਉਹਨੂੰ ਓਲੰਪਿਕ ਦਾ ਤਗਮਾ ਮਿਲਦਾ, ਭਾਈ ਇਹ ਜੇਤੂ ਹੈ, ਜੇਤੂ ਹੋ ਗਿਆ ਹੁਣ ਇਹ। ਇਵੇਂ ਸਤਿਗੁਰੂ ਕਹਿੰਦੇ, ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦਮਾਲੜਾ। ਮੈਂ ਵੀ ਆਪਣੇ ਗੁਸਾਈ ਪਰਮਾਤਮਾ ਦਾ ਪਹਿਲਵਾਨ ਆ। ਮੇਰੇ ਗੁਰੂ ਨੇ ਮੈਨੂੰ ਥਾਪੀ ਦੇ ਕੇ ਮੈਨੂੰ ਇਸ ਸੰਸਾਰ ਦੇ ਵਿੱਚ ਖੜਾ ਕਰ ਦਿੱਤਾ ਹੈ। ਗੁਰਥਾਪੀ ਦਿੱਤੀ ਕੰਡ ਜੀਓ, ਮੇਰੀ ਪਿੱਠ ਤੇ ਮੇਰੇ ਗੁਰੂ ਨੇ ਥਾਪੜਾ ਦੇ ਕੇ ਮੈਨੂੰ ਇੱਥੇ ਖੜਾ ਕਰ ਦਿੱਤਾ ਹੈ, ਤੇ ਮੇਰੇ ਸਤਿਗੁਰੂ ਨਾਲ ਨੇ ਮੇਰੇ, ਤੇ ਮੈਂ ਇਸ ਖੇਡ ਨੂੰ ਜਿੱਤਣਾ ਹੈ, ਮੈਂ ਇਸ ਖੇਡ ਨੂੰ ਜਿੱਤਣਾ ਹੈ। ਫਿਰ ਪ੍ਰੀਖਿਆਵਾਂ ਵੀ ਨੇ, ਬੜੇ ਉਤਾਰ ਚੜਾਵ ਲਾਈਫ 'ਚ ਆਉਂਦੇ ਨੇ ਜਦੋਂ ਤੁਸੀਂ ਧਰਮ ਦੇ ਰਸਤੇ ਤੇ ਚੱਲਦੇ ਆ। ਤੇ ਜਿਹੜਾ ਉਹਨਾਂ ਨੂੰ ਜਿੱਤ ਗਿਆ, ਹੋ ਸਕਦਾ ਤਤੀ ਤਵੀ ਤੇ ਵੀ ਬਹਿਣਾ ਪੈ ਜਾਵੇ, ਬੰਦ ਕੱਟਣੇ ਵੀ ਪੈ ਜਾਣ, ਚਰਖੜੀਆਂ ਤੇ ਚੜਨਾ ਵੀ ਪੈ ਜਾਵੇ, ਆਪਣੇ ਬੱਚਿਆਂ ਦੇ ਡੱਕਰੇ ਕਰਾ ਕੇ ਗਲਾਂ 'ਚ ਹਾਰ ਵੀ ਪਵਾਉਣੇ ਪੈ ਜਾਣ। ਇਹ ਕੀ ਨੇ? ਫਿਜ਼ੀਕਲੀ ਤੌਰ ਤੇ ਪਰਖਿਆ ਜਾ ਰਿਹਾ ਹੈ। ਪਹਿਲਾਂ ਪੈਸਿਆਂ ਦੇ ਨਾਲ, ਧਨ ਦੌਲਤ ਸੁਖਨਾਵਾਂ ਦੇ ਨਾਲ, ਫਿਰ ਫਿਜ਼ੀਕਲੀ ਤੌਰ ਤੇ। ਪਰ ਗੁਰੂ ਦੇ ਸਿੱਖ ਜਦੋਂ ਨਹੀਂ ਨਾ ਡੋਲੇ, ਜਦੋਂ ਉਹ ਇਹਨਾਂ ਤਮਾਮ ਇਮਤਿਹਾਨਾਂ ਨੂੰ ਪਾਸ ਕਰ ਗਏ, ਅੱਜ ਰਹਿੰਦੀ ਦੁਨੀਆ ਤੱਕ ਉਹ ਜੇਤੂ ਨੇ। ਬਾਬਾ ਬੰਦਾ ਸਿੰਘ ਬਹਾਦਰ, ਬੇਸ਼ੱਕ ਲੱਗਦਾ ਹੈ ਕਿ ਫਰਕਸ਼ੀਅਰ ਜਿੱਤ ਗਿਆ ਹੋਵੇਗਾ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਵਿੱਚ ਕਾਮਯਾਬ ਹੋ ਗਿਆ, ਪਰ ਜਦੋਂ ਵੀ ਇਤਿਹਾਸ ਦੇ ਪੰਨੇ ਸੱਚ ਦੀ ਨਿਗਾਹ ਨਾਲ ਪਰਖੇ ਜਾਣਗੇ, ਫਰਕਸ਼ੀਅਰ ਹਾਰਿਆ ਹੋਏਗਾ, ਬੰਦਾ ਸਿੰਘ ਬਹਾਦਰ ਜੇਤੂ ਹੋਵੇਗਾ। ਇਹ ਗੱਲ ਮੈਂ ਇੱਥੇ ਤਾਂ ਸਮਝਾ ਰਿਹਾ, ਗੁਰਮਤਿ ਦੀ ਪਕੜ ਸਮਝ ਆ ਜਾਵੇ, ਗੁਰਬਾਣੀ ਕੀ ਚਾਹੁੰਦੀ ਹੈ, ਸਤਿਗੁਰੂ ਜੀ ਸਾਡੇ ਕੋਲੋਂ ਕੀ ਚਾਹੁੰਦੇ ਨੇ। ਸਭ ਕਹਿੰਦੇ ਮੈਂ ਚਾਹੁੰਦਾ ਤੂੰ ਐਸਾ ਇੱਕ ਖਿਡਾਰੀ ਬਣੇ, ਐਸਾ ਇੱਕ ਪਹਿਲਵਾਨ ਬਣੇ
ਜੋ ਸਾਈਂ ਦਾ ਬੱਚਾ ਹੋਵੇਂ, ਸਾਈਂ ਦਾ ਸਟੂਡੈਂਟ, ਪ੍ਰਮਾਤਮਾ ਦਾ ਵਿਦਿਆਰਥੀ ਹੈ ਤੂੰ, ਸਤਿਗੁਰੂ ਰੂਪੀ ਤੈਨੂੰ ਕੋਚ ਮਿਲਿਆ ਹੈ, ਤੇ ਗੁਰੂ ਰੂਪੀ ਕੋਚ ਦੇ ਕਹਿਣੇ ਤੇ ਚੱਲ ਚੱਲ ਕੇ ਗੁਰ ਪ੍ਰਸਾਦੀ ਪਾਈ ਹੈ। ਗੁਰੂ ਜੀ ਦੀ ਕਿਰਪਾ ਦੇ ਨਾਲ ਤੂੰ ਪਾ ਸਕਦਾ ਹੈ ਕਰਮ ਪ੍ਰਾਪਤ ਹੋਵੇ। ਜਦੋਂ ਤੂੰ ਕਰਮ ਕਰੇਗਾ, ਗੁਰੂ ਜੀ ਦੀ ਕਿਰਪਾ ਦੇ ਨਾਲ ਚੱਲ ਕੇ ਸੱਚ ਦੇ ਕੰਮ ਕਰਨੇ ਸ਼ੁਰੂ ਕਰੇਗਾ, ਤੇ ਜ਼ਾਹਿਰਾ ਤੌਰ ਤੇ ਪ੍ਰਾਪਤ ਹੋਏ ਤੈਨੂੰ ਸੁੱਖਾਂ ਦਾ ਦਾਤਾ ਪ੍ਰਮਾਤਮਾ ਮਿਲ ਜਾਵੇਗਾ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਸਤਿਗੁਰੂ ਕਹਿੰਦੇ ਇਹਦੇ ਸਾਹਮਣੇ ਕੀ ਕੁਝ ਆ ਰਿਹਾ ਹੈ। ਹੁਣ ਗੁਰੂ ਰੂਪੀ ਕੋਚ ਆ, ਉਹ ਇਹਨੂੰ ਤਿਆਰੀ ਕਰ ਰਿਹਾ ਹੈ, ਇਸ ਸਿੱਖਿਆਰਥੀ ਦੀ, ਇਸ ਵਿਦਿਆਰਥੀ ਦੀ ਤਿਆਰੀ ਕਰ ਰਿਹਾ ਹੈ। ਹੁਣ ਸਾਹਮਣੇ ਕੀ ਆ ਰਿਹਾ ਹੈ? ਪੰਜਵੇਂ ਪਾਤਸ਼ਾਹ ਜੀ ਪਹਿਲਾ ਸ਼ਬਦ ਆ, ਸ਼੍ਰੀ ਰਾਗ ਦਾ 71 ਸ਼ਬਦ ਆ। ਤੋ ਕਹਿ ਰਹੇ ਨੇ, ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ। ਕਹਿੰਦੇ ਹੁਣ ਮਨੁੱਖ ਦੀ ਜ਼ਿੰਦਗੀ ਜਿਹੜੀ ਪਹਿਲਾਂ ਚੜ੍ਹਦੀ ਕਲਾ ਵਾਲੀ ਹੁੰਦੀ ਸੀ ਨਾ, ਜਦੋਂ ਤੁਰਿਆ, ਪਰ ਕੀ ਹੋਇਆ? ਪਰਿਵਾਰ ਮਿਲਿਆ, ਬੱਚੇ ਮਿਲੇ। ਇਹ ਤੇ ਇਸ ਕਰਕੇ ਮਿਲੇ ਕਿ ਇਹਨਾਂ ਨਾਲ ਮਿਲ ਕੇ ਇਹ ਹੋਰ ਮਜ਼ਬੂਤ ਹੁੰਦਾ, ਇਕੱਲਾ ਨਾ ਫੀਲ ਕਰਦਾ, ਇਹਨਾਂ ਨਾਲ ਮਿਲ ਕੇ ਮਾਨਵਤਾ ਦੀ ਸੇਵਾ ਕਰਦਾ, ਇਹਨਾਂ ਨਾਲ ਮਿਲ ਕੇ ਪ੍ਰਾਕਿਰਤੀ ਦੀ ਸੇਵਾ ਕਰਦਾ, ਦੁਨੀਆ ਦੀ ਸੇਵਾ ਕਰਦਾ, ਵਿੱਚ ਦੁਨੀਆ ਸੇਵ ਕਮਾਈ ਹੈ। ਪਰ ਸਾਹਿਬ ਕਹਿੰਦੇ ਹੋਇਆ ਕੀ? ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ। ਰਤਾ ਦਾ ਅਰਥ ਆ ਮਸਤ ਹੋ ਗਿਆ। ਸਾਹਿਬ ਕਹਿੰਦੇ, ਹੇ ਮਨ ਦੇ ਮਤ ਪਿੱਛੇ ਲੱਗਣ ਵਾਲੇ ਮੂਰਖ ਮਨੁੱਖ, ਤੂੰ ਆਪਣੇ ਪੁੱਤਰਾਂ ਦੇ ਮੋਹ ਦੇ ਵਿੱਚ ਐਸਾ ਫਸਿਆ, ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਤੇ ਆਪਣੀ ਇਸਤਰੀ ਦੇ ਹਾਵ ਭਾਵ ਨੂੰ ਵੇਖ ਕੇ ਤੂੰ ਮਸਤ ਹੋ ਗਿਆ, ਤੂੰ ਮਸਤ ਹੋ ਗਿਆ ਤੇ ਨਿਤ ਇਹਨਾਂ ਪਦਾਰਥਾਂ ਵਿੱਚ ਪਿਆ। ਇਹ ਹੈ ਬਾਹਰ ਦੇ ਅਰਥ। ਜਿਹੜੇ ਭਾਵ ਅਰਥ ਨੇ ਨਾ ਇਹਦੇ, ਸਤਿਗੁਰੂ ਕਹਿੰਦੇ, ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸ਼ਿੰਗਾਰ। ਹੁਣ ਪੁੱਤਰ ਕੌਣ ਆ? ਇੱਕ ਹੈ ਇਹਦੇ ਦੁਨਿਆਵੀ ਅਰਥ ਕਿ ਅਸੀਂ ਦੁਨੀਆ ਦੇ ਤੌਰ ਦੇ ਉੱਤੇ ਸੰਸਾਰੀ ਪੁੱਤਰਾਂ ਦੇ ਪ੍ਰੇਮ ਦੇ ਵਿੱਚ ਫਸ ਗਏ ਆ, ਜਿਹਦੇ ਵਿੱਚ ਕੁਝ ਹੋਰ ਨਜ਼ਰ ਨਹੀਂ ਆਉਂਦਾ, ਤੇ ਇਸਤਰੀ ਦਾ ਹਾਰ ਸ਼ਿੰਗਾਰ ਦੇ ਵਿੱਚ ਡੁੱਬ ਗਏ ਆ। ਬਸ ਹੁਣ ਇਹ ਤੋਂ ਅੱਗੇ ਕੁਝ ਨਹੀਂ, ਕਾਮਨਾਵਾਂ ਦੇ ਵੇਗ ਵਿੱਚ ਭਰਿਆ ਹੋਇਆ ਜੀਵਨ ਆ। ਇਹ ਨੇ ਇਹਦੇ ਸੰਸਾਰੀ ਅਰਥ, ਅਖਰੀ ਅਰਥ। ਭਾਵ ਅਰਥ ਕੀ ਨੇ? ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ, ਕੀ ਤੂੰ ਵੇਖ ਕੇ ਰੰਗ ਗਿਆ ਹੈ। ਪੁੱਤਰ ਦਾ ਅਰਥ ਆ ਮਨ ਨੂੰ ਕਹਿ ਰਹੇ ਨੇ। ਮਨ ਦੇ ਪੁੱਤਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਕਹਿੰਦੇ ਤੂੰ ਇਹਨਾਂ ਪੁੱਤਰਾਂ ਦੀਆਂ ਰੰਗ ਰਲੀਆਂ ਦੇ ਵਿੱਚ ਵੇਖ ਕੇ ਤੂੰ ਮਸਤ ਹੋ ਗਿਆ। ਕ੍ਰੋਧ ਦੇ ਪਿੱਛੇ ਬੋਲੀ ਜਾਂਦਾ ਹੈ, ਲੋਭ, ਇਹ ਸਾਰੇ ਤੈਨੂੰ ਬੜੇ ਪਿਆਰੇ ਨੇ। ਕਲਤਰ ਸ਼ਿੰਗਾਰ, ਕਲਤਰ ਦਾ ਅਰਥ ਹੈ ਇਸਤਰੀ, ਤੇ ਇਹਦੀ ਇਸਤਰੀ ਕਿਹੜੀ ਹੈ? ਮਾਇਆ। ਮਾਇਆ ਜਦੋਂ ਸ਼ਿੰਗਾਰ ਕਰਦੀ ਹੈ, ਮਾਇਆ ਜਦੋਂ ਭਰਮਾਉਂਦੀ ਹੈ, ਤੇ ਮਨੁੱਖ ਮਾਇਆ ਦੇ ਹੱਥ ਵਿੱਚ ਨੱਚਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਮਾਇਆ ਕਦੀ ਵੀ ਕਿਸੇ ਵੀ ਰੂਪ ਦੇ ਵਿੱਚ ਆਉਂਦੀ ਹੈ, ਔਰਤ ਦਾ ਰੂਪ ਕਰਕੇ, ਔਰਤ ਦੇ ਸ਼ਿੰਗਾਰ ਕਰਕੇ, ਕਿਸੇ ਵੀ ਤਰੀਕੇ ਨਾਲ। ਗੱਲ ਕੀ ਮਨੁੱਖ ਕੇਵਲ ਸੰਸਾਰੀ ਵਿਚਾਰਧਾਰਾ ਹੀ ਸੁਣੇ, ਸੰਸਾਰ ਦੀਆਂ ਬਾਤਾਂ ਸੁਣੇ, ਨਿਰੰਕਾਰ ਨੂੰ ਭੁੱਲ ਜਾਵੇ, ਤੇ ਉਹ ਮਾਇਆ ਰੂਪੀ ਇਸਤਰੀ ਦੇ ਸ਼ਿੰਗਾਰ ਵਿੱਚ ਫਸ ਗਿਆ। ਤੋ ਸਾਹਿਬ ਕਹਿੰਦੇ, ਹੇ ਮੂਰਖ ਮਨ, ਤੂੰ ਵਿਕਾਰਾਂ ਰੂਪੀ ਪੁੱਤਰਾਂ ਨੂੰ ਵੇਖ ਕੇ ਤੇ ਇਸ ਮਾਇਆ ਰੂਪੀ ਇਸਤਰੀ ਦੇ ਹਾਵ ਭਾਵ ਦੇ ਵਿੱਚ ਕਿਉਂ ਮਸਤ ਹੋ ਗਿਆ? ਰਸ ਭੋਗੇ ਖੁਸ਼ੀਆਂ ਕਰੈ। ਨਿਤ ਤੂੰ ਇਸ ਮਾਇਆ ਦੀ ਪਤਨੀ, ਮਾਇਆ ਰੂਪੀ ਪਤਨੀ ਦੇ ਪਿੱਛੇ ਲੱਗ ਕੇ, ਤੇ ਨਿਤ ਇਸ ਵਿਕਾਰਾਂ ਰੂਪੀ ਪੁੱਤਰਾਂ ਦੀ ਪਿੱਛੇ ਲੱਗ ਕੇ ਤੂੰ ਜਿਹੜੇ ਰਸ ਭੋਗ ਰਿਹਾ ਹੈ, ਜੋ ਮਾਇਕ ਪਦਾਰਥਾਂ ਦੀਆਂ ਭੋਗਾਂ ਦੇ ਵਿੱਚ ਡੁੱਬਿਆ ਹੋਇਆ ਹੈ, ਖੁਸ਼ੀਆਂ ਕਰੇ ਤੇ ਖੁਸ਼ੀਆਂ ਮਨਾਉਂਦਾ ਪਿਆ ਕਿ ਮੈਂ ਜੀ ਬੜਾ ਖੁਸ਼ ਹਾਂ, ਇਹਨਾਂ ਮਸਤ ਹੋਇਆ ਪਿਆ ਪਦਾਰਥਾਂ ਦੇ ਵਿੱਚ, ਮਾਣੇ ਰੰਗ ਅਪਾਰ। ਤੇ ਨਿਤ ਤੂੰ ਅਨੇਕਾਂ ਕਿਸਮਾਂ ਦੀਆਂ ਜਿਹੜੀਆਂ ਇਹ ਮੌਜਾਂ ਮਾਣਦਾ ਪਿਆ ਵਾ ਨਾ, ਇਹਨਾਂ ਵਿਕਾਰਾਂ ਦੇ ਵਿੱਚ ਮਸਤ ਹੋ ਕੇ, ਇਹਨਾਂ ਰਸ ਭੋਗਾਂ ਦੇ ਵਿੱਚ ਮਸਤ ਹੋ ਕੇ, ਇਹਨਾਂ ਪਦਾਰਥਾਂ ਦੇ ਨਸ਼ੇ ਵਿੱਚ ਡੁੱਬ ਕੇ, ਸ਼ਰਾਬ ਦੇ ਪੈਮਾਨਿਆਂ ਦੇ ਵਿੱਚ, ਨਸ਼ਿਆਂ ਦੇ ਵਿੱਚ ਜਿਹੜਾ ਗਲਤਾਨ ਹੋ ਕੇ ਤੂੰ ਮਸਤ ਹੋਇਆ ਫਿਰਦਾ ਵਾ ਨਾ, ਇੱਕ ਗੱਲ ਚੇਤੇ ਰੱਖੀ, ਬਹੁਤ ਕਰੇ ਫਰਮਾਇਸ਼ੀ
ਵਰਤੈ ਹੋਏ ਅਫਾਰ। ਅਫਾਰ ਦਾ ਅਰਥ ਹੈ ਆਫਰਿਆ ਹੋਇਆ। ਆਫਰਿਆ ਦਾ ਅਰਥ ਹੈ ਅਹੰਕਾਰੀ। ਆਮ ਕਰਕੇ ਸਤਿਗੁਰੂ ਜੀ ਨੇ ਇੱਕ ਸ਼ਬਦ ਬਾਣੀ ਦੇ ਵਿੱਚ ਕਿਹਾ, ਬਾਬਾ ਕਬੀਰ ਜੀ ਨੇ ਕਹਿੰਦੇ, ਕਹਿ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਸਭ ਕਹਿੰਦੇ, ਓਏ ਭਾਈ ਆ ਆਫਰਿਆ ਆਫਰਿਆ ਕਿਉਂ ਘੁੰਮਦਾ ਹੈ? ਆ ਕਈ ਬੜੇ ਆਫਰੇ ਹੁੰਦੇ ਨੇ। ਆ ਤੁਸੀਂ ਆਮ ਕਰਕੇ ਆਪਣੇ ਆਲੇ ਦੁਆਲੇ ਦੇਖ ਲਿਓ, ਬਹੁਤਾਤ ਮਿਲ ਜਾਣਗੇ ਤੁਹਾਨੂੰ ਆਫਰੇ ਹੋਏ। ਖਾਸ ਕਰਕੇ ਗੁਰਦੁਆਰਿਆਂ ਦੇ ਵਿੱਚ ਤੇ ਬੜੇ ਲੱਭ ਜਾਣਗੇ ਤੁਹਾਨੂੰ ਜਿਹੜੇ ਆਫਰੇ ਹੋਏ ਨੇ। ਤੁਸੀਂ ਕਿਸੇ ਨੂੰ ਨਹੀਂ ਨਾ ਫਤਿਹ ਬੁਲਾਈ, ਜੇ ਤੁਸੀਂ ਲਾਗਿਓ ਲੰਘੇ, ਉਹਨੂੰ ਆਪਣੀ ਹੈਸੀਅਤ ਦਾ ਜਿਹੜਾ ਮਾਣ ਵੀ ਮੈਨੂੰ ਅੱਜ ਤੱਕ ਤੇ ਸਭ ਨੇ ਨਮਸਕਾਰ ਕੀਤੀ, ਇਹਨੇ ਕਿਉਂ ਨਹੀਂ ਕੀਤੀ। ਤੇ ਜਿਹਨੂੰ ਸਲਾਮਾਂ ਕਰਾਉਣ ਦੀ ਆਦਤ ਪੈ ਜਾਵੇ ਨਾ, ਸਮਝ ਲੈਣਾ ਉਹ ਮਨੁੱਖ ਬੜਾ ਖਤਰਨਾਕ ਹੈ। ਅੱਜ ਇਹੀ ਆਫਰੇ ਹੋਏ ਲੋਕਾਂ ਦੇ ਕਰਕੇ ਹੀ ਇੰਨੇ ਗੁਰਦੁਆਰੇ ਬਣ ਗਏ ਨੇ। ਜੇ ਇੱਥੇ ਨਹੀਂ ਮੈਨੂੰ ਪੁੱਛਿਆ, ਚਲੋ ਦੂਜਾ ਬਣਾ ਲਈਏ। ਕਿਤੇ ਜਾਤ ਦਾ ਅਹੰਕਾਰ ਆ, ਜਾਤ ਵਿੱਚ ਆਫਰਿਆ ਪਿਆ, ਮੈਂ ਉੱਚੀ ਜਾਤ ਦਾ, ਆਫਰਿਆ ਫਿਰਦਾ ਹੈ। ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ। ਸਹਿਬ ਕਹਿੰਦੇ, ਮੈਨੂੰ ਸਮਝ ਨਹੀਂ ਆਉਂਦੀ ਤੂੰ ਆਫਰਿਆ ਕਿਉਂ ਫਿਰਦਾ ਹੈ? ਜਬ 10 ਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਜਦੋਂ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਮਕਿਆ ਸੀ, ਉਹ ਕਿਵੇਂ ਭੁੱਲ ਗਿਆ ਤੈਨੂੰ? ਅੱਜ ਹੰਕਾਰ ਵਿੱਚ ਆਫਰਿਆ ਪਿਆ। ਬਹੁਤ ਕਰੇ ਫਰਮਾਇਸ਼ੀ। ਕਹਿੰਦੇ ਫਰਮਾਇਸ਼ੀ ਦਾ ਅਰਥ ਹੈ ਹੁਕਮ ਕਰਨੇ। ਆ ਸੰਸਾਰ ਦੇ ਵਿੱਚ ਬੜੀਆਂ ਆਦਤਾਂ ਨੇ ਕਿ ਮਨੁੱਖ ਚਾਹੁੰਦਾ ਹੈ ਵੀ ਹਰ ਕੋਈ ਮੇਰੇ ਹੁਕਮ ਦੇ ਥੱਲੇ ਹੋਵੇ, ਮੇਰੇ ਆਰਡਰ ਨੂੰ ਮੰਨੇ। ਆ ਘਰਾਂ ਦੇ ਵਿੱਚ ਵੀ ਇਹੀ ਕੁਝ ਚੱਲ ਰਿਹਾ। ਮੈਂ ਆਪਣਾ ਹੁਕਮ ਮਨਾ ਕੇ ਛੱਡਣਾ ਹੈ। ਬੱਚਿਆਂ ਨੂੰ ਕਿਉਂ ਕੁੱਟ ਰਿਹਾ? ਮੈਂ ਹੁਕਮ ਮਨਾਉਣਾ ਹੈ ਆਪਣਾ। ਘਰ ਵਾਲੀ ਨੂੰ ਕਿਉਂ ਕੁੱਟ ਰਿਹਾ? ਮੇਰਾ ਹੁਕਮ ਨਹੀਂ ਮੰਨਦੀ। ਮੈਂ ਦੱਸਣਾ ਮਨਾ ਕੇ ਵੀ ਮੇਰਾ ਹੁਕਮ ਚੱਲਣਾ ਚਾਹੀਦਾ ਹੈ। ਹੁਕਮ ਦੇ ਨਾਲ ਨਹੀਂ ਦੁਨੀਆ ਚੱਲਦੀ, ਪ੍ਰੇਮ ਨਾਲ ਚੱਲਦੀ ਹੈ। ਪਰਮਾਤਮਾ ਆਪਣਾ ਹੁਕਮ ਨਹੀਂ ਚਲਾਉਂਦਾ, ਪ੍ਰੇਮ ਆ, ਦਿਆਲੂ ਹੈ, ਕਿਰਪਾਲੂ ਹੈ। ਪਿਆਰ ਦੇ ਨਾਲ ਉਹਦੇ ਹੁਕਮ ਨੂੰ ਫੋਲੋ ਕੀਤਾ ਜਾਂਦਾ ਹੈ। ਬਹੁਤ ਕਰੇ ਫਰਮਾਇਸ਼ੀ। ਸਭ ਕਹਿੰਦੇ ਪਦਾਰਥਾਂ ਦੇ ਰਸ ਦੇ ਵਿੱਚ ਭੋਗਿਆ ਹੋਇਆ ਜਿਹੜਾ ਮਾਨਿਆ ਨਾ, ਇਹ ਆਪਣੇ ਆਰਡਰ ਵੀ ਚਲਾਉਂਦਾ ਹੈ, ਹੁਕਮ ਵੀ ਚਲਾਉਂਦਾ ਹੈ। ਵਰਤੈ ਹੋਏ ਅਫਾਰ। ਤੇ ਜਦੋਂ ਇਹਦਾ ਹੁਕਮ ਚੱਲਦਾ ਫਿਰ ਇਹ ਅਹੰਕਾਰ ਦੇ ਵਿੱਚ ਆਫਰਿਆ ਫਿਰਦਾ ਹੈ। ਇਹਦੇ ਵਰਤਾਓ ਦੇ ਵਿੱਚ ਅਹੰਕਾਰ ਹੁੰਦਾ ਹੈ। ਕਰਤਾ ਚਿਤ ਨ ਆਵਈ। ਜਿਹਨੇ ਸਭ ਕੁਝ ਬਣਾਇਆ ਨਾ ਕਾਦਰ ਪ੍ਰਮਾਤਮਾ ਨੇ, ਉਹ ਇਹਦੇ ਚੇਤੇ 'ਚ ਨਹੀਂ। ਕਿਉਂਕਿ ਜਦੋਂ ਰੱਬ ਭੁੱਲੂਗਾ ਉਦੋਂ ਹੀ ਮਨੁੱਖ ਅਹੰਕਾਰੀ ਹੋਊਗਾ ਨਾ, ਉਦੋਂ ਹੀ ਲੋਭੀ ਹੋਊਗਾ, ਉਦੋਂ ਹੀ ਲਾਲਚੀ ਹੋਊਗਾ। ਤੇ ਜੇ ਰੱਬ ਚੇਤੇ ਹੈ ਤੇ ਉਹਦੇ ਜੀਵਨ 'ਚ ਅਵਗੁਣ ਹੋ ਹੀ ਨਹੀਂ ਸਕਦੇ। ਤਾਂ ਸਭ ਕਹਿੰਦੇ ਕਰਤਾ ਚਿਤ ਨ ਆਵਈ। ਕਰਨ ਵਾਲਾ ਅਕਾਲ ਪੁਰਖ ਕਰਤਾ ਇਹਦੇ ਚਿੱਤ ਚੇਤੇ 'ਚ ਵੀ ਨਹੀਂ। ਮਨਮੁਖ ਅੰਧ ਗੁਵਾਰ ਤੇ ਮਨ ਦੀ ਮੱਤ ਪਿੱਛੇ ਲੱਗਿਆ ਹੋਇਆ ਇਹ ਮਨੁੱਖ ਨਿਤ ਵਿਕਾਰਾਂ ਦੀ ਵਿੱਚ ਅੰਨਾ ਹੋਇਆ ਫਿਰਦਾ ਹੈ। ਤੇ ਸਭ ਕਹਿੰਦੇ ਮੈਂ ਇਹਨੂੰ ਗਵਾਰ ਕਹੂੰਗਾ, ਇਹ ਮਹਾਮੂਰਖ ਆ। ਭਾਵੇਂ ਇਹ ਆਪਣੇ ਆਪ ਨੂੰ ਸਿਆਣਾ ਕਹਿੰਦਾ ਫਿਰੇ, ਪਰ ਧਰਮ ਦੀ ਭਾਸ਼ਾ ਦੇ ਵਿੱਚ ਇਹ ਮੂਰਖ ਆ, ਅੱਤ ਦਰਜੇ ਦਾ ਮੂਰਖ ਆ, ਜਿਹੜਾ ਇਹਨਾਂ ਵਿਕਾਰਾਂ ਦੇ ਰਸ ਭੋਗ ਵਿੱਚ ਫਸ ਕੇ ਇਹ ਸੋਚਦਾ ਹੈ ਕਿ ਸ਼ਾਇਦ ਮੇਰੀ ਹੁਣ ਦੁਨੀਆ ਤੇ ਚੱਲਣ ਲੱਗ ਪਈ ਹੈ। ਮੇਰੇ ਮਨ ਸੁਖ ਦਾਤਾ ਹਰ ਸੋਏ। ਹੇ ਮੇਰੇ ਮਨ, ਪ੍ਰਮਾਤਮਾ ਆਪ ਹੀ ਹੈ ਜੋ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ। ਕੋਈ ਮਨੁੱਖ ਕਦੀ ਦਾਤਾ ਨਾ ਬਣਿਆ, ਨਾ ਬਣ ਸਕਦਾ ਹੈ। ਗੁਰ ਪ੍ਰਸਾਦੀ ਪਾਈ ਹੈ। ਗੁਰੂ ਜੀ ਦੇ ਹੁਕਮ ਤੇ ਚੱਲ ਕੇ, ਗੁਰੂ ਜੀ ਦੀ ਮੱਤ ਤੇ ਚੱਲ ਕੇ, ਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਸੱਚ ਪ੍ਰਮਾਤਮਾ ਦਾ ਗਿਆਨ ਜੀਵਨ ਵਿੱਚ ਮਿਲ ਸਕਦਾ ਹੈ। ਕਰਮ ਪ੍ਰਾਪਤ ਹੋਏ। ਜਦੋਂ ਤੂੰ ਚੰਗੇ ਕੰਮ ਕਰੇਗਾ, ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਤੇ ਨਿਰੰਕਾਰ ਸੁੱਖਾਂ ਦਾ ਮਾਲਕ ਪ੍ਰਮਾਤਮਾ ਤੈਨੂੰ ਮਿਲ ਜਾਵੇਗਾ। ਰਹਾਓ। ਅਗਲੀਆਂ ਪੰਕਤੀਆਂ, ਦੂਸਰਾ ਬੰਦ ਆ ਪਾਵਨ ਸ਼ਬਦ ਦਾ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ। ਪਹਿਲੀ ਗੱਲ ਮਨੁੱਖ ਦੇ ਘਰ ਵਿੱਚ ਉਹਦੇ ਚੱਲਦੀ ਹੈ ਕਿ ਮੇਰੇ ਥੱਲੇ ਲੱਗ ਕੇ ਲੋਕੀ ਚੱਲਣ। ਸਭ ਕਹਿੰਦੇ ਫਿਰ ਦੂਸਰਾ ਜਿਹੜਾ ਇਹਦਾ ਜੀਵਨ ਦਾ ਪੱਖ ਆ ਨਾ, ਉਹ ਇਹ ਹੈ ਕਿ ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਕੱਪੜੇ ਮੇਰੇ ਕੋਲ ਹੋਣ। ਬਸ ਸਾਰੀ ਜ਼ਿੰਦਗੀ ਕੱਪੜਿਆਂ ਦੇ ਪਿੱਛੇ ਲੱਗਾ ਪਿਆ। ਮੈਂ ਕਈ ਦਿਨਾਂ ਤੋਂ ਦੇਖਦਾ, ਮੈਨੂੰ ਬਹੁਤ ਨੇੜੇ ਹੋ ਕੇ ਕਈ ਵਾਰੀ ਮੌਕਾ ਮਿਲਦਾ ਵੇਖਣ ਦਾ। ਮੇਰੀਆਂ ਬੱਚੀਆਂ ਦੇ, ਮਾਫ ਕਰਨਾ, ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ, ਕਈ ਇਹੋ ਜਿਹੇ ਪਰਿਵਾਰ ਮੈਂ ਦੇਖਦਾ ਜਿਨ੍ਹਾਂ ਦੇ ਕੋਲ ਆਪਣੀਆਂ ਧੀਆਂ ਦੇ, ਬੱਚੀਆਂ ਦੇ ਕੱਪੜੇ ਪਾਉਣ ਜੋਗੇ ਕੱਪੜੇ ਨਹੀਂ ਹੈਗੇ। ਉਹਨਾਂ ਦੇ ਕੋਲ ਕੱਪੜੇ ਨਹੀਂ ਹੈਗੇ। ਬਹੁਤਾਤ ਨੇ ਸੰਸਾਰ ਵਿੱਚ ਐਸੇ ਲੋਕ ਵੇਖਦਾ ਮੈਂ।
ਇੱਕ ਬੰਨੇ ਅਸੀਂ ਬ੍ਰਾਂਡਡ ਕੱਪੜਿਆਂ ਤੇ ਤੁਰੇ ਫਿਰਦੇ ਹਾਂ, ਕੱਪੜਾਂ ਦਾ ਰਸ ਆ, ਦੁਨੀਆ ਦੇ ਮਹਿੰਗੇ ਤੋਂ ਮਹਿੰਗੇ ਕੱਪੜੇ ਮੇਰੇ ਕੋਲ ਹੋਣ, ਬ੍ਰਾਂਡਡ ਹੋਣ। ਤੋ ਸਭ ਕਹਿੰਦੇ ਕੱਪੜ ਭੋਗ ਲਪਟਾਇਆ, ਭਾਵੇਂ ਬਾਹਰੋਂ ਤੂੰ ਭਾਵੇਂ ਲੱਖਾਂ ਰੁਪਈਆਂ ਦਾ ਕੋਟ ਪੈਂਟ ਪਾ ਲਾ ਖਾਂ, ਭਾਵੇਂ ਤੂੰ ਬ੍ਰਾਂਡਡ ਜਿੰਨਾ ਮਰਜ਼ੀ ਮਹਿੰਗੇ ਤੋਂ ਮਹਿੰਗੇ ਕੱਪੜੇ ਪਾ ਕੇ ਤੁਰ, ਕਿਸ ਲੋਥ ਉੱਥੇ ਪਾਵੇਂਗਾ ਆ ਗੰਦੇ ਸਰੀਰ ਤੇ, ਜਿਹਦੇ ਵਿੱਚ ਗੰਦੀਆਂ ਵਿਚਾਰਾਂ ਪਾ ਕੇ ਬੈਠਾ ਹੈ। ਤੇਰੇ ਕੱਪੜਿਆਂ ਦੇ ਨਾਲ ਤੇਰੀ ਪਰਸਨੈਲਿਟੀ ਨਹੀਂ, ਤੇਰੀ ਪਰਸਨੈਲਿਟੀ ਤੇਰੀ ਗੁਫ਼ਤਾਰ ਤੇ ਹੈ, ਤੇਰੀ ਬੋਲੀ ਤੇ ਹੈ। ਤੂੰ ਜੇ ਮਹਿੰਗੇ ਆਲੀਸ਼ਾਨ ਕੱਪੜੇ ਪਾ ਕੇ ਤੇ ਬੋਲੇ ਕੌੜਾ ਜੇਬਾ ਕੀ ਫੂਡ, ਤੇਰੀ ਜੇਬਾ ਤੋਂ ਗੰਦਗੇ ਤੇ ਕੌੜੇ ਬੋਲ ਨਿਕਲਣ, ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਤੇ ਮੱਥੇ ਤੇ ਤਿਊੜੀਆਂ ਪਈਆਂ ਹੋਣ, ਤੇ ਤੈਨੂੰ ਕਿਹਨੇ ਨੇੜੇ ਲੱਗਣ ਦੇਣਾ? ਤੋ ਸਾਹਿਬ ਕਹਿੰਦੇ ਜ਼ਿੰਦਗੀ ਸਾਰੀ ਦੀ ਸਾਰੀ ਕਿਹਦੇ ਵਿੱਚ ਗਵਾਤੀ ਹੈ? ਕੱਪੜ ਭੋਗ ਲਪਟਾਇਆ, ਮੇਰੇ ਕੋਲ ਮਹਿੰਗੇ ਤੋਂ ਮਹਿੰਗੇ ਕੱਪੜੇ ਹੋਣ, ਸਾਰਾ ਦਿਨ ਇਹਦੇ ਵਿੱਚ ਲਿਪਟਿਆ ਪਿਆ ਹੈ। ਦੂਸਰਾ ਸੋਇਨਾ ਰੂਪਾ ਖਾਕ, ਕਹਿੰਦੇ ਦੂਸਰਾ ਸੋਇਨਾ, ਮੇਰੇ ਕੋਲ ਸੋਨਾ ਭਰਿਆ ਹੋਵੇ, ਮੇਰੇ ਗਲ ਦੇ ਵਿੱਚ ਸੋਨੇ ਦੀਆਂ ਚੇਨਾਂ ਹੋਣ, ਅੰਗੂਠੀਆਂ ਹੋਣ, ਕਈਆਂ ਨੇ ਤੇ ਸੋਨੇ ਦੇ ਕੜੇ ਤੱਕ ਬਣਾ ਕੇ ਹੱਥਾਂ 'ਚ ਪਾਏ ਨੇ ਵੀ ਪਤਾ ਲੱਗੇ ਵੀ ਮੈਂ ਇੰਨਾ ਅਮੀਰ ਹਾਂ। ਤੀਸਰੀ ਗੱਲ, ਜੇ ਸੋਨਾ ਨਹੀਂ ਹੈਗਾ ਤੇ ਚਾਂਦੀ ਤੇ ਹੋਣਾ ਚਾਹੀਦਾ ਹੀ ਹੈ। ਖਾਕ ਦਾ ਅਰਥ ਹੈ ਧਰਤੀ, ਖਾਕ ਦਾ ਅਰਥ ਇਹ ਨਹੀਂ ਕਿ ਮਿੱਟੀ ਹੋ ਜਾਣਾ, ਇਹ ਤੇ ਖਾਕ ਜਿਹੜਾ ਪ੍ਰਤੀਕ ਆ ਉਹ ਜ਼ਮੀਨ ਵਾਸਤੇ ਆ, ਭੂਮੀ ਵਾਸਤੇ ਹੈ। ਸਭ ਕਹਿੰਦੇ ਨੰਬਰ 1 ਤੇ ਇਹਦੇ ਅੰਦਰ ਆ ਸੰਸਾਰਿਕ ਪੁੱਤਰਾਂ ਦਾ ਮੋਹ, ਸੰਸਾਰ ਦਾ ਮੋਹ, ਫਿਰ ਅਹੰਕਾਰ ਆ, ਲੋਭ ਆ, ਲਾਲਚ ਆ। ਦੂਸਰੀ ਗੱਲ ਆ ਕਿ ਮੇਰੇ ਕੋਲ ਦੁਨੀਆ ਦੇ ਕੀਮਤੀ ਤੋਂ ਕੀਮਤੀ ਕੱਪੜੇ ਹੋਣ। ਤੀਸਰੀ ਗੱਲ ਆ ਕਿ ਮੇਰੇ ਕੋਲ ਸੋਨਾ ਹੋਵੇ, ਦੁਨੀਆ ਦੇ ਵਿੱਚ ਚਾਂਦੀ ਹੋਵੇ। ਖਾਕ, ਮੈਂ ਜ਼ਮੀਨਾਂ ਦਾ ਮਾਲਕ ਹੋਵਾਂ, ਧਰਤੀ ਦਾ ਮਾਲਕ ਹੋਵਾਂ। ਮੈਂ ਇਹ ਸਾਰੀ ਧਰਤੀ ਭਾਵੇਂ ਕਿਸੇ ਨੂੰ ਧੱਕੇ ਨਾਲ, ਭਾਵੇਂ ਬੇਈਮਾਨੀ ਨਾਲ, ਧੋਖਾ ਕਰਕੇ ਕਿਉਂ ਨਾ ਇਕੱਠੀ ਕਰਾਂ, ਮੈਂ ਜ਼ਰੂਰ ਇਕੱਠੀ ਕਰਾਂ। ਇੰਡੀਆ ਦੇ ਵਿੱਚ ਨਾ ਮੇਰੇ ਕਈ NRI ਭਰਾ ਜਦੋਂ ਮੈਨੂੰ ਮਿਲਦੇ ਨੇ, ਮੈਨੂੰ ਬੜਾ ਹੈਰਾਨੀ ਆਉਂਦੀ ਹੈ ਜਦੋਂ ਉਹ ਕਹਿੰਦੇ ਨੇ ਕਿ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਸਾਡੇ ਆਪਣਿਆਂ ਨੇ ਹੀ ਕਰ ਲਿਆ, ਦੂਜਿਆਂ ਨੇ ਕੀ ਕਰਨਾ? ਸਾਡੇ ਆਪਣਿਆਂ ਨੇ ਸਾਡੇ ਘਰ 'ਤੇ ਕਬਜ਼ਾ ਕਰ ਲਿਆ। ਫਿਰ ਉਹ ਆਪਣੇ ਕਾਹਦੇ ਨੇ? ਬਸ ਧੱਕੇ ਨਾਲ, ਜ਼ੋਰ ਜ਼ਬਰਦਸਤੀ ਨਾਲ। ਜੇ ਕੋਈ ਬੰਦਾ ਬਾਹਰ ਗਿਆ, ਉਹਦੀ ਜ਼ਮੀਨ, ਉਹਦੇ ਪਲਾਟ 'ਤੇ ਕਬਜ਼ਾ ਕਰ ਲਿਆ। ਇਹ ਉਹੀ ਲੋਕ ਨੇ ਜਿਹੜੇ ਚਾਹੁੰਦੇ ਨੇ ਸਾਡੇ ਕੋਲ ਜ਼ਮੀਨਾਂ ਵੀ ਵੱਧ ਤੋਂ ਵੱਧ ਹੋਣ, ਲਾਲਚ ਆ ਵੱਧ ਤੋਂ ਵੱਧ। ਹੈ ਵਰ ਗੈਵਰ ਬਹੁ ਰੰਗ ਕੀਏ ਰਥ ਅਥਾਕ, ਹੈ ਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ। ਹੈਵਰ ਦਾ ਅਰਥ ਆ ਵਧੀਆ ਤੇਜ਼ ਰਫ਼ਤਾਰ ਨਾਲ ਦੌੜਨ ਵਾਲੇ ਘੋੜੇ। ਅੱਜ ਦੀ ਜਗ੍ਹਾ ਹੈਵਰ ਦੀ ਜਗ੍ਹਾ ਤੇ ਲਾ ਲਓ ਮਹਿੰਗੀਆਂ ਗੱਡੀਆਂ। ਗੈਵਰ ਦਾ ਅਰਥ ਆ ਹਾਥੀ, ਐਨ ਤਾਕਤਵਰ ਵਧੀਆ ਹਾਥੀ। ਹਾਥੀਆਂ ਦੀ ਜਗ੍ਹਾ ਤੇ ਅੱਜ ਤੁਸੀਂ ਲਾ ਲਓ ਮਹਿੰਗੀਆਂ ਵੱਡੀਆਂ SUV ਗੱਡੀਆਂ। ਬਹੁ ਰੰਗ ਕੀਏ, ਬੜੇ ਆਦਿਕ ਇਹੋ ਜਿਹੇ ਬਹੁ ਰੰਗੇ, ਇਹਦੇ ਮੇਰੇ ਕੋਲ ਮਹਿੰਗੇ ਤੋਂ ਮਹਿੰਗੀਆਂ ਕਿਸਮਾਂ ਦੇ ਘੋੜੇ, ਹਾਥੀ ਹੋਣ, ਤੇ ਨਾਲ ਕੀਏ ਰਥ ਅਥਾ, ਕਦੀ ਨਾ ਥੱਕਣ ਵਾਲੇ ਮੇਰੇ ਕੋਲ ਰਥ ਹੋਣ। ਐਸਾ ਦੁਨੀਆ ਦਾ ਤਾਮ ਝਾਮ ਮੇਰੇ ਆਲੇ ਦੁਆਲੇ ਹੋਵੇ। ਪਰ ਕਿਸ ਹੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਕ। ਸਭ ਕਹਿੰਦੇ ਮਾਇਆ ਦੀ ਮਸਤੀ ਵਿੱਚ ਇਹ ਇਤਨਾ ਮਸਤ ਹੋਇਆ ਪਿਆ ਹੈ, ਲਾਲਚ ਵਿੱਚ ਇਤਨਾ ਡੁੱਬਿਆ ਪਿਆ ਹੈ, ਇਤਨਾ ਗਰਕ ਹੋਇਆ ਪਿਆ ਇਹਦਾ ਜੀਵਨ, ਇਹਨੂੰ ਆਪਣੇ ਸਾਕ ਸੰਬੰਧੀ ਵੀ ਚੇਤੇ ਵਿੱਚ ਨਹੀਂ। ਸਾਕ ਸੰਬੰਧੀ ਕਿਹੜੇ? ਇਹਦੇ ਸਾਕ ਸੰਬੰਧੀ ਕਿਹੜੇ ਨੇ? ਸ਼ੁਭ ਗੁਣ, ਸਤ, ਸੰਤੋਖ, ਦਇਆ, ਨਿਮਰਤਾ, ਪ੍ਰੇਮ, ਹਲੀਮੀ। ਇਹ ਸਾਕ ਸੰਬੰਧੀ ਨੂੰ ਚੇਤੇ ਹੀ ਨਹੀਂ ਇਸ ਮਨ ਨੂੰ, ਬਸ ਵਿਕਾਰਾਂ ਦੇ ਵਿੱਚ ਗਰਕਿਆ ਪਿਆ ਹੈ। ਸਿਰਜਣਹਾਰ ਭੁਲਾਇਆ ਵਿਣ ਨਾਮੈ ਨਾ ਪਾਕ। ਸਿਰਜਣਾ ਕਰਨ ਵਾਲਾ ਅਕਾਲ ਪੁਰਖ ਪਰਮਾਤਮਾ ਇਹਨੇ ਆਪਣੇ ਜੀਵਨ ਵਿੱਚੋਂ ਭੁਲਾਇਆ ਹੋਇਆ ਹੈ। ਵਿਣ ਨਾਮੈ, ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਨਾ ਪਾਕ, ਗੰਦੇ ਤੇ ਮਲੀਨ ਖਿਆਲਾਂ ਦਾ ਇਹ ਧਾਰਨੀ ਹੈ। ਇਹਦੇ ਅੰਦਰ ਨਿਤ ਗੰਦੇ ਵਿਚਾਰ ਤੇ ਮਲੀਨ ਵਿਚਾਰ ਹੀ ਇਹਦੇ ਅੰਦਰ ਪੈਦਾ ਹੁੰਦੇ ਹਨ। ਲੈਂਦਾ ਬੱਧ ਤਵਾਏ ਤੋਂ ਵਾਹਿਗੁਰੂ। ਸਭ ਕਹਿੰਦੇ ਇੱਕ ਗੱਲ ਚੇਤੇ ਰੱਖ, ਜਿਨ੍ਹਾਂ ਦੇ ਤੂੰ ਘਰ ਘਰ ਲੁੱਟੇ ਆ ਨਾ, ਜਿਨ੍ਹਾਂ ਨੂੰ ਤੂੰ ਧੋਖਾ ਦੇ ਕੇ ਇੰਨਾ ਕੁਝ ਬਣਾਇਆ ਹੈ, ਜਿਨ੍ਹਾਂ ਦੇ ਘਰ ਲੁੱਟੇ ਨੇ, ਜਿਨ੍ਹਾਂ ਗਰੀਬਾਂ ਦਾ ਖੂਨ ਚੂਸਿਆ, ਉਹਨਾਂ ਨੇ ਤੈਨੂੰ ਦੁਆਵਾਂ ਨਹੀਂ ਦੇਣੀਆਂ। ਲੈਂਦਾ ਬੱਧ ਦੁਆਏ ਤੋਂ,
ਤੋ ਦਿਨ ਰਾਤ ਐਸਿਆਂ ਦੇ ਕੋਲੋਂ ਬਦਦੁਆਵਾਂ ਇਕੱਠੀਆਂ ਕਰ ਰਿਹਾ। ਤੂੰ ਮਾਇਆ ਕਰੇ ਇਕਿਤ, ਆ ਜਿਤਨੀ ਮਾਇਆ ਤੂੰ ਬੇਈਮਾਨੀ ਧੋਖਾ ਧੜੀਆਂ ਕਰਕੇ ਇਕੱਠੀ ਕੀਤੀ ਹੈ ਨਾ, ਜਿਨ੍ਹਾਂ ਨੇ ਦਿੱਤੀ ਹੈ, ਜਿਨ੍ਹਾਂ ਦੇ ਕੋਲ ਖੋਈ ਹੈ, ਉਹਨਾਂ ਦੇ ਕੋਲੋਂ ਬਦਦੁਆਵਾਂ ਤੈਨੂੰ ਮਿਲਦੀਆਂ ਪਈਆਂ। ਤੇਰਾ ਜੀਵਨ ਦਾ ਬੇੜਾ ਗਰਕ ਹੋ ਰਿਹਾ ਤੇਰਾ। ਜਿਸ ਨੂੰ ਤੂੰ ਪਤਿਆਏਂਦਾ ਸੋ ਸਣ ਤੁਝੇ ਅਨਿਤ। ਜਿਸ ਨੂੰ ਦਾ ਅਰਥ ਹੈ ਜਿਸ ਪਰਿਵਾਰ ਦੇ ਵਾਸਤੇ ਪਤਿਆਏਂਦਾ, ਪਤਿਆਉਣਾ ਚਾਹੁੰਦਾ, ਖੁਸ਼ ਕਰਦਾ ਫਿਰਦਾ, ਸੋ ਸੁਣ, ਉਹ ਸੁਣ ਤੁਝੈ ਤੇਰੇ ਸਮੇਤ। ਸੁਣ ਦਾ ਅਰਥ ਹੈ ਸਮੇਤ, ਤੁਝੈ ਤੇਰੇ, ਅਨਿਤ ਨਿਤ ਨਾ ਰਹਿਣ ਵਾਲਾ, ਨਾਸ਼ਵੰਤ। ਕਿੰਨੀ ਕਮਾਲ ਦੀ ਪਾਤਸ਼ਾਹ ਦੀ ਗੱਲ ਕਹਿ ਰਹੇ। ਕਹਿੰਦੇ ਜਿਹੜੀਆਂ ਤੂੰ ਰਿਸ਼ਵਤਾਂ ਲੈ ਲੈ ਕੇ, ਲੋਕਾਂ ਦਾ ਖੂਨ ਚੂਸ ਚੂਸ ਕੇ, ਧੋਖੇ ਧੜੀਆਂ ਬੇਈਮਾਨੀਆਂ ਕਰ ਕਰਕੇ ਜਿਹੜਾ ਤੂੰ ਧਨ ਲੁੱਟਿਆ ਨਾ, ਤੇ ਜਿਨ੍ਹਾਂ ਵਾਸਤੇ ਲੁੱਟ ਰਿਹਾ, ਜਿਨ੍ਹਾਂ ਨੂੰ ਖੁਸ਼ ਕਰਨ ਵਾਸਤੇ ਤੂੰ ਇਹ ਇਕੱਠਾ ਕਰ ਰਿਹਾ, ਉਹ ਤੇਰੇ ਸਮੇਤ ਸਣ ਤੁਝੇ, ਤੇਰੇ ਸਮੇਤ ਅਨਿਤ, ਉਹ ਨਾਸ਼ਵੰਤ ਹੋ ਜਾਣਗੇ, ਖਤਮ ਹੋ ਜਾਣਗੇ। ਇਹ ਕਿਸੇ ਨੇ ਵੀ ਤੇਰੇ ਨਾਲ ਨਹੀਂ ਨਿਭਣਾ। ਅਹੰਕਾਰ ਕਰੇ ਅਹੰਕਾਰੀਆਂ, ਹੇ ਹੰਕਾਰੀ ਤੂੰ ਆਪਣੀ ਮਨ ਦੇ ਦਬਾਓ ਹੇਠ ਆਇਆ ਹੋਇਆ। ਅਹੰਕਾਰ ਕਰੇ ਅਹੰਕਾਰੀਆਂ, ਵਿਆਪਿਆ ਮਨ ਕੀ ਮਤ। ਕਵਾੜ ਖੋਲ ਦਿੱਤੇ ਨੇ ਗੁਰੂ ਅਰਜਨ ਦੇਵ ਜੀ ਨੇ, ਖੜਾ ਕਰਕੇ ਸਾਨੂੰ ਕਟਹਿਰੇ 'ਚ ਖੜਾ ਕਰਤਾ ਹੈ। ਅੱਜ ਇਸ ਕਟਹਿਰੇ ਵਿੱਚ ਗੁਰੂ ਦੀ ਕਚਹਿਰੀ 'ਚ ਸਤਿਗੁਰੂ ਜੀ ਨੇ ਖਿਲਾਰਿਆ ਸਾਨੂੰ। ਹੁਣ ਇਸ ਕਚਹਿਰੀ ਵਿੱਚ ਖੜੇ ਹੋ ਕੇ ਆਪਣੇ ਆਪ ਤੇ ਜ਼ਰੂਰ ਇਹ ਗੱਲ ਕਰਿਓ ਕਿ ਕਿਤੇ ਅਸੀਂ ਵੀ ਤੇ ਇੰਜ ਤੇ ਨਹੀਂ ਕਰ ਰਹੇ, ਕਿਤੇ ਅਸੀਂ ਵੀ ਧੋਖਾ ਤੇ ਨਹੀਂ ਕਰ ਰਹੇ, ਬੇਈਮਾਨੀ ਤੇ ਨਹੀਂ ਕਰ ਰਹੇ, ਝੂਠ ਤੇ ਨਹੀਂ ਬੋਲ ਰਹੇ। ਤੇ ਜਿਨ੍ਹਾਂ ਵਾਸਤੇ ਜੇ ਬੋਲ ਰਹੇ ਆ ਨਾ, ਜੇ ਇਹ ਧਨ ਅਸੀਂ ਬੱਚਿਆਂ ਨੂੰ ਖਵਾਵਾਂਗੇ, ਆਪਣਿਆਂ ਨੂੰ ਝੂਠ ਬੋਲ ਕੇ, ਬੇਈਮਾਨੀ ਕਰਕੇ, ਧੱਕੇ ਨਾਲ, ਚੇਤਾ ਰੱਖਿਓ ਉਸ ਘਰ ਦੇ ਵਿੱਚ ਉਹ ਬੱਚੇ ਨਹੀਂ ਵਧੀਆ ਹੋਣਗੇ। ਬਦਦੁਆਵਾਂ ਮਿਲਣਗੀਆਂ, ਬਦਦੁਆਵਾਂ ਮਿਲਣਗੀਆਂ ਤੇ ਉਹ ਘਰ ਸਾਰੇ ਦਾ ਸਾਰਾ ਬਰਬਾਦ ਹੋ ਜਾਵੇਗਾ। ਹੁਣ ਅਸੀਂ ਵੇਖੀਏ ਕਿ ਅਸੀਂ ਆਪਣੀ ਮਿਹਨਤ ਦੀ ਖਾਣੀ ਹੈ ਕਿ ਅਸੀਂ ਧੋਖੇ ਧੜੀਆਂ ਤੇ ਬੇਈਮਾਨੀਆਂ ਕਰਕੇ ਆਪਣੇ ਬੱਚਿਆਂ ਨੂੰ ਪਾਲਣਾ ਹੈ। ਇਹ ਅਸੀਂ ਫੈਸਲਾ ਕਰਨਾ ਹੈ। ਅਹੰਕਾਰ ਕਰੇ ਅਹੰਕਾਰੀਆਂ, ਸਭ ਕਹਿੰਦੇ ਆਪਣੀ ਮਨ ਦੀ ਮੱਤ ਪਿੱਛੇ ਲੱਗ ਕੇ, ਆਪਣੀ ਮਨ ਦੀ ਮੱਤ ਪਿੱਛੇ ਲੱਗ ਕੇ ਇਹ ਨਿਤ ਅਹੰਕਾਰ ਦੀ ਬੋਲੀ ਬੋਲਦਾ ਹੈ, ਨਿਤ ਮਾਇਆ ਦੇ ਮਾਣ ਦੇ ਵਿੱਚ ਮਤਿਆ ਹੋ ਕੇ, ਨਿਤ ਕੂੜ ਕਬਾੜਾ ਭਰਿਆ ਇਹਦਾ ਜੀਵਨ ਆ, ਤੇ ਅਹੰਕਾਰ ਕਰਦਾ ਹੈ, ਅਹੰਕਾਰ ਕਰਦਾ ਹੈ, ਲੋਭ ਲਾਲਚ ਦੇ ਵਿੱਚ ਗਰਕਿਆ ਪਿਆ ਹੈ। ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਸਭ ਕਹਿੰਦੇ ਰੱਬ ਨੇ ਨਹੀਂ ਤੈਨੂੰ ਭੁਲਾਇਆ ਨਾ, ਪਰਮਾਤਮਾ ਤੇ ਤੈਨੂੰ ਯਾਦ ਰੱਖ ਰਿਹਾ, ਤੇਰੀ ਹਰ ਵਕਤ ਤੇਰੇ ਅੰਗ ਸੰਗ ਆ, ਪਰ ਤੂੰ ਆਪ ਪਰਿਪੂਰਨ ਪਰਮਾਤਮਾ ਨੂੰ ਇਸ ਮਾਇਆ ਦੇ ਵਾਸਤੇ ਭੁਲਾ ਕੇ ਬੈਠਾ ਹੈ। ਨਾ ਤਿਸ ਜਾਤ ਨਾ ਪਤ। ਤੇ ਚੇਤਾ ਰੱਖੀ, ਐਸੇ ਜੀਵਨ ਦੇ ਨਾਲ ਨਾ ਤੈਨੂੰ ਕੋਈ ਇੱਜ਼ਤ ਮਿਲਣੀ ਹੈ, ਨਾ ਤੈਨੂੰ ਕੋਈ ਪਤ ਮਿਲਣੀ ਹੈ। ਗੱਲ ਕੀ ਤੇਰੀ ਉੱਚੀ ਜੀਵਨ ਦੀ ਜਿਹੜੀ ਸੋਚ ਆ ਨਾ, ਉਹ ਵੀ ਤੈਨੂੰ ਨਹੀਂ ਮਿਲਣੀ। ਤੂੰ ਹਮੇਸ਼ਾ ਹੀ ਨੀਵਾਂ ਹੀ ਸੋਚਦਿਆਂ ਆਪਣੀ ਇੱਜ਼ਤ ਗਵਾ ਲਈ ਹੈ ਤੇ ਬੇਪਤ ਹੋਇਆ ਫਿਰ ਰਿਹਾ ਇਸ ਸੰਸਾਰ ਦੇ ਵਿੱਚ। ਸਤਿਗੁਰੂ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਸਭ ਕਹਿੰਦੇ ਜੇ ਸੱਚ ਜਾਣੀ, ਜੇ ਬਦਲਣਾ ਚਾਹੁੰਦਾ ਨਾ, ਹਜੇ ਵੀ ਮੌਕਾ ਹੈ। ਮਨ ਮੇਰਿਆ, ਜੇ ਚਾਹੁੰਦਾ ਵਾ ਨਾ ਕਿਤੇ ਸਮਝ ਜਾਵੇਂ, ਹਜੇ ਵੀ ਮੌਕਾ ਹੈ। ਸਦਾ ਅਟਲ ਰਹਿਣ ਵਾਲੇ ਸੱਚੇ ਗੁਰੂ ਸ਼ਬਦ ਦੇ ਨਾਲ ਆਪਣੀ ਸਾਂਝ ਪਾ ਲਾ, ਕਿਉਂਕਿ ਇੱਕੋ ਇੱਕ ਸੱਚਾ ਗੁਰੂ ਰੂਪੀ ਸੱਜਣ ਹੀ ਹੈ। ਇੱਕੋ ਸੱਜਣ ਸੋਏ, ਇੱਕੋ ਇੱਕ ਸੱਚਾ ਗੁਰੂ ਪ੍ਰਮਾਤਮਾ ਮਿੱਤਰ ਹੀ ਹੈ, ਜੋ ਪ੍ਰੀਤਮ ਪ੍ਰਮਾਤਮਾ ਦੇ ਨਾਲ ਮਿਲਾ ਸਕਦਾ ਹੈ। ਹਰ ਜਨ ਕਾ ਰਾਖਾ ਇੱਕ ਹੈ, ਕਿਆ ਮਾਨਸ ਹਉਮੈ ਰੋਏ। ਸਭ ਕਹਿੰਦੇ ਚੇਤਾ ਰੱਖੀ, ਪਰਿਪੂਰਨ ਪਰਮਾਤਮਾ ਵਾਹਿਗੁਰੂ ਉਹਨਾਂ ਭਗਤਾਂ ਦਾ ਰਾਖਾ ਹੈ ਜੋ ਭਗਤ ਨਿਮਰਤਾ ਤੇ ਪ੍ਰੇਮ ਤੇ ਸੱਚ ਵਿੱਚ ਚੱਲਦੇ ਹਨ। ਕਿਆ ਮਾਨਸ ਹਉਮੈ ਰੋਏ, ਮਾਨਸ ਬਹੁਵਚਨ ਵਿੱਚ ਆ। ਸਭ ਕਹਿੰਦੇ ਦੁਨੀਆ ਦੇ ਬੰਦੇ ਉਸ ਮਨੁੱਖ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਜੋ ਆਪਣੀ ਹਉਮੈ ਦੇ ਵਿੱਚ ਫਸੇ ਹੋਏ ਹਨ। ਜੋ ਮਨੁੱਖ ਆਪਣੀ ਹਉਮੈ 'ਚ ਫਸੇ ਹੋਏ ਹਨ,
ਉਹ ਮਨੁੱਖ परिपूर्ण परमात्मा का कुछ भी नहीं विगाड़ सकते, क्योंकि परिपूर्ण परमात्मा ते सदा उन्हां भगतां दी पत रखदा है जो सच दे रस्ते ते तुरदे हन। ते जिहड़े मनुख हौमे दे विच गरके पए हन ਉਹ ਨਿਤ दुखी हुंदे हन, परेशान हुंदे हन। दोबारा इस पंक्ति दे अर्थ समझ लीए। हर जन का राखा एक है, क्या मानस हौमे रोए। दुनिया दे बंदे उसदा कुछ विगाड़ नहीं सकते। किहदा? जिहड़ा परिपूर्ण परमात्मा दे हुक्म ते रज़ा ते भाणे च तुरदा है। क्या मानस हौमे रोए, पर अपनी हौमे विच फसिया मनुख नित दुखी ते नित परेशान हुंदा रहेगा। जो हर जन भावै सो करे, दर फेर न पावै कोई। पर जिहड़ा परमात्मा दा सेवक आ ना, ਉਹ ਕਰਦਾ ਹੈ ਜੋ परमात्मा ਨੂੰ ਪਾਉਂਦਾ ਹੈ। ਉਹ ਆਪਣੀਆਂ ਮਨ ਆਈਆਂ ਛੱਡ ਦਿੰਦਾ ਹੈ ਤੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸੱਚ ਦੇ ਰਸਤੇ ਤੇ ਤੋਰਦਾ ਹੈ। ਫਿਰ ਉਹਦੇ ਜੀਵਨ ਦੇ ਵਿੱਚ ਕਦੀ ਵੀ ਇਹੋ ਜਿਹਾ ਮੋੜ ਨਹੀਂ ਆਉਂਦਾ ਕਿ ਉਹ परमात्मा ਤੋਂ ਦੂਰ ਹੋ ਜਾਵੇ। ਉਹ ਸਦਾ परमात्मा ਦੇ ਦਰ ਤੇ ਹਮੇਸ਼ਾ ਹੀ ਟਿਕਿਆ ਰਹਿੰਦਾ ਹੈ। ਫਿਰ ਉਹ ਆਪਣੇ ਜੀਵਨ ਵਿੱਚ ਕਦੀ ਵੀ ਵਿਕਾਰਾਂ ਦੀ ਹੇਰ ਫੇਰ ਨਹੀਂ ਆਉਣ ਦਿੰਦਾ ਤੇ ਸੱਚ ਦੇ ਰਸਤੇ ਤੇ ਤੁਰ ਪੈਂਦਾ ਹੈ। ਆਖਰੀਆਂ ਪੰਕਤੀਆਂ। ਨਾਨਕ ਰਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ। ਰੰਗ ਦਾ ਅਰਥ ਆ ਪ੍ਰੇਮ ਵਿੱਚ, ਚਾਨਣ ਦਾ ਅਰਥ ਆ ਮੁਨਾਰਾ। ਹੇ ਨਾਨਕ, ਜਿਹੜਾ ਮਨੁੱਖ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਰਹਿੰਦਾ ਹੈ, ਸਦਾ ਸੱਚ ਦੇ ਰਸਤੇ ਨੂੰ ਅਪਣਾਉਂਦਾ ਹੈ, ਵਿਕਾਰਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਂਦਾ ਹੈ, ਉਹ ਸਾਰੇ ਜਗਤ ਵਾਸਤੇ ਚਾਨਣ ਮੁਨਾਰਾ ਬਣ ਜਾਂਦਾ ਹੈ, ਉਦਾਹਰਨ ਬਣ ਜਾਂਦਾ ਹੈ। ਸਾਰਾ ਸੰਸਾਰ ਐਸੇ ਮਨੁੱਖ ਦੀ ਸ਼ੋਭਾ ਕਰਦਾ ਹੈ, ਵਡਿਆਈ ਕਰਦਾ ਹੈ, ਜੋ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਜੀਵਨ ਨੂੰ ਗੁਰੂ ਦੀ ਕਸਵੱਟੀ ਤੇ ਤੋਰਦੇ ਹਨ। ਸੋ ਅੱਜ ਦਾ ਇਹ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚੋਂ 71 ਨੰਬਰ ਸ਼ਬਦ 71 ਨੰਬਰ ਸ਼ਬਦ ਆ। ਇਹਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਬੜੇ ਹੀ ਪਿਆਰ ਨਾਲ ਸਾਡੀ ਅੰਦਰ ਬੈਠੇ ਵਿਕਾਰ ਅਵਗੁਣਾਂ ਦਾ ਬੜੀ ਲੰਬੀ ਹਿਸਟਰੀ ਸਾਡੇ ਸਾਹਮਣੇ ਰੱਖੀ ਹੈ। ਹੁਣ ਅਸੀਂ ਇਹ ਤਹਈਆ ਕਰਨਾ ਹੈ ਕਿ ਅਸੀਂ ਬਦਦੁਆਵਾਂ ਲੈਣੀਆਂ ਨੇ ਤੇ ਕੀ ਅਸੀਂ ਅਸੀਸਾਂ ਲੈਣੀਆਂ ਨੇ। ਇਹ ਸਾਡੇ ਤੇ ਨਿਰਭਰ ਆ। ਜਿਨ੍ਹਾਂ ਬੱਚਿਆਂ ਨੂੰ ਅਸੀਂ ਜ਼ਹਿਰ ਖਵਾ ਰਹੇ ਹਾਂ, ਜੇ ਮਾਇਆ ਬੇਈਮਾਨੀ ਇਕੱਠੀ ਕਰਕੇ, ਚੇਤਾ ਰੱਖਿਓ ਆਪਣੇ ਹੱਥੀਂ ਪਾਏ ਕੁਹਾੜਾ ਮਾਰਿਆ, ਗਾਫੁਲ ਆਪਣੇ ਹੱਥੀਂ ਇਹ ਜ਼ਹਿਰ ਦੇ ਰਹੇ ਹਾਂ। ਆਓ ਗੁਰੂ ਦੀ ਮੱਤ ਤੇ ਚੱਲੀਏ। ਆਹੀ ਚੀਜ਼ਾਂ ਨੇ ਜਿਹੜੀਆਂ ਗੁਰੂ ਕੋਲ ਸਿੱਖ ਕੇ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਜੀਵਨ ਨੂੰ ਸੱਚ ਨਾਲ ਜੋੜਨਾ ਹੈ। ਸੋ ਬਹੁਤ ਬਹੁਤ ਧੰਨਵਾਦ। ਬੇਅੰਤ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਸ਼ਬਦਾਂ ਦਾ ਉਚਾਰਨ ਕਰਦੇ ਹਾਂ ਹੋਈਆਂ ਨੇ। ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਮੈਂ ਕੋਈ ਵੀ ਵਿਦਵਾਨ ਨਹੀਂ ਗਾ, ਨਾ ਮੈਨੂੰ ਕੋਈ ਸਮਝਿਆ। ਬੇਅੰਤ ਭੁੱਲਾਂ ਨੇ। ਹਜੇ ਤੇ ਮੈਂ ਕਿ ਆਪਾਂ ਤੇ ਜਿਹੜਾ ਰਲ ਮਿਲ ਕੇ ਹਜੇ ਸਮਝਿਆ ਨਾ, ਇੱਕ ਤਿਲ ਵੀ ਨਹੀਂ ਜਾਣਿਆ ਗੁਰੂ ਗ੍ਰੰਥ ਸਾਹਿਬ ਦਾ। ਇੱਕ ਤਿਲ ਜਿਹਨੂੰ ਕਹਿੰਦੇ ਨਾ, ਉਹ ਵੀ ਨਹੀਂ ਸਮਝਿਆ। ਸਾਡੀ ਉਡਾਰੀ ਉਦੋਂ ਲੱਗੇਗੀ ਆਪਾਂ ਤੇ ਯਤਨ ਕਰ ਰਹੇ ਹਾਂ। ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਤੋਂ ਅੱਗੇ ਹੋਰ ਤੁਰਨਾ ਹੈ, ਹੋਰ ਉਡਾਰੀ ਲਾਉਣੀ ਹੈ, ਹੋਰ ਉੱਚਾ ਸਮਝਣਾ ਹੈ। ਕਿਉਂਕਿ ਗੁਰਮਤ ਇੱਕ ਪੈਮਾਨਾ ਨਹੀਂ ਹੈ। ਜੇ ਆਖੀਏ ਵੀ ਮੈਨੂੰ ਇੰਨੀ ਕੁ ਸਮਝ ਆ ਗਈ ਹੈ ਤੇ ਬਸ ਐਜ਼ ਇਟ ਇਜ਼ ਆਈ ਹੈ, ਡੈਟਸ ਇਟ, ਨਹੀਂ। ਸਤਿਗੁਰ ਨੇ ਜਿਸ ਲੈਵਲ ਤੇ ਜਾ ਕੇ ਗੁਰਬਾਣੀ ਉਚਾਰਨ ਕੀਤੀ ਹੈ ਨਾ, ਸਾਡਾ ਹਜੇ ਉਹ ਲੈਵਲ ਨਹੀਂ ਬਣਿਆ। ਅਸੀਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਕੁ ਪਲ ਗੁਰੂ ਦੀ ਮੱਤ ਨੂੰ ਲੈ ਲਈਏ, ਇਸ ਮਨ ਨੂੰ ਚਾਰਜ ਕਰ ਲਈਏ, ਇਹ ਮਨ ਸੱਚ ਦੇ ਰਸਤੇ ਤੇ ਤੁਰ ਜਾਵੇ, ਝੂਠ ਛੱਡ ਦੇਵੇ। ਆਓ ਰਲ ਮਿਲ ਕੇ ਗੁਰਮਤਿ ਨਾਲ ਵਿਚਾਰ ਨਾਲ ਜੁੜੀਏ। ਬੇਅੰਤ ਭੁੱਲਾਂ ਗਲਤੀਆਂ ਕਥਾ ਕਰਦਿਆਂ ਹੋਈਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣ ਜੋਗੋ। ਸ਼ਾਮ ਦੇ ਦਿਨ ਬਾਅਦ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।